ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਗੁਰੂ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਦੀ ਕਿਰਪਾ ਦਾ ਸਦਕਾ ਗੁਰੂ ਨਾਨਕ ਮਲਟੀ ਯੂਨੀਵਰਸਿਟੀ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਇਹ ਬਹੁਤ ਹੀ ਚੰਗਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਬਹੁਤ ਹੀ ਬੱਚੇ ਗੁਰਮਤਿ ਲੈ ਰਹੇ ਨੇ। ਸੋ ਅੱਜ ਕੈਂਪ ਦੀ ਆਰੰਭਤਾ ਹੋਣ ਜਾ ਰਹੀ ਹੈ ਜੀ। ਅੱਜ ਕੈਂਪ ਨੂੰ ਤਕਰੀਬਨ 158 ਦਿਨ ਹੋ ਚੁੱਕੇ ਨੇ। ਸੋ ਅੱਜ ਜੋ ਕੈਂਪ ਦੀ ਸ਼ੁਰੂਆਤ ਹੈ ਉਹ ਬੱਚੀ ਮਨਪ੍ਰੀਤ ਕੌਰ 14860 EPP ਨੰਬਰ ਜਾਪ ਦੀ ਸੇਵਾ ਕਰਨਗੇ। ਸੋ ਬੇਨਤੀ ਹੈ ਮਨਪ੍ਰੀਤ ਕੌਰ ਬੱਚੀ ਨੂੰ ਕਿ ਆਪਣਾ ਮਾਈਕ ਅਨਮਿਊਟ ਕਰਕੇ ਜਾਪ ਦੀ ਸੇਵਾ ਸੁਣਾਓ। ਵਾਹਿਗੁਰੂ ਜੀ। वाहिगुरु जी का खालसा वाहिगुरु जी की फतेह। वाहिगुरु जी, मेरी आवाज आ रही है? बहुत बढ़िया आ रही है जी। वाहिगुरु जी का खालसा वाहिगुरु जी की फतेह। एक ओंकार सतनाम करता पुरख निरभउ निरवैर अकाल मूरत अजूनी सैभं गुर प्रसाद। एक ओंकार सतनाम करता पुरख निरभउ निरवैर अकाल मूरत अजूनी सैभं गुर प्रसाद। एक ओंकार सतनाम करता पुरख निरभउ निरवैर अकाल मूरत अजूनी सैभं गुर प्रसाद। एक ओंकार सतनाम करता पुरख निरभउ निरवैर अकाल मूरत अजूनी सैभं गुर प्रसाद। एक ओंकार सतनाम करता पुरख निरभउ निरवैर अकाल मूरत अजूनी सैभं गुर प्रसाद। वाहिगुरु 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 वाहिगुरु। वाहिगुरु जी का खालसा वाहिगुरु जी की फतेह। बोले सो निहाल सत ਸ੍ਰੀ ਅਕਾਲ। ਇਹ ਸਨ ਬੱਚੀ ਮਨਪ੍ਰੀਤ ਕੌਰ EPP ਨੰਬਰ 14860 ਸ੍ਰੀ ਗੁਰੂ ਅਮਰਦਾਸ ਜੀ ਸੀਨੀਅਰ ਪਬਲਿਕ ਸੈਕੰਡਰੀ ਸਕੂਲ ਭਾਮੀਆਂ। ਬਹੁਤ ਹੀ ਸ਼ੁੱਧ ਉਚਾਰਨ ਕਰਕੇ ਸਾਨੂੰ ਮੂਲ ਮੰਤਰ ਦਾ ਪਾਠ ਸੁਣਾਇਆ ਹੈ। ਬਹੁਤ ਧੰਨਵਾਦ ਹੈ। ਆਓ ਇਸ ਤੋਂ ਅਗਲੀ ਜੋ ਸੇਵਾ ਹੈ ਉਹ ਹੈ ਕੀਰਤਨ ਦੀ ਸੇਵਾ। ਉਹ ਹੈ ਜੀ ਬੱਚੀ ਕੋਮਲਪ੍ਰੀਤ ਕੌਰ +1 ਦੀ ਵਿਦਿਆਰਥਣ ਹੈ ਤੇ ਨਾਲ ਉਹਨਾਂ ਦੇ ਛੋਟੀ ਭੈਣ ਮਹਿਕਪ੍ਰੀਤ ਕੌਰ ਜੋ 7th ਕਲਾਸ ਦੀ ਵਿਦਿਆਰਥਣ ਹੈ। ਉਹ ਕੀਰਤਨ ਦੇ ਨਾਲ ਸਾਰੀਆਂ ਸੰਗਤਾਂ ਨੂੰ ਨਿਹਾਲ ਕਰਨਗੇ। ਬੇਨਤੀ ਹੈ ਗੁਰੂ ਜੀ ਕੀਰਤਨ ਦੀ ਆਰੰਭਤਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। गुर प्रसाद
ਅਜਨ ਸਾਗਰ ਪੂਰਨ ਸੰਸਾਰਾ ਨਾਨਕ ਸਤਿ ਗੁਰ ਅਜਨ ਸਾਗਰ ਪੂਰਨ ਸੰਸਾਰਾ ਨਾਨਕ ਸਤਿ ਗੁਰ ਨਾਨਕ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਿਮਰ ਮਨਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੇ ਗੁਰ ਚਰਨ ਪਿਆਰੇ। ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਵਿੱਚ ਸਾਰੀਆਂ ਸੰਗਤਾਂ ਨੂੰ ਅੰਮ੍ਰਿਤਮਈ ਕੀਰਤਨ ਦਾ ਆਨੰਦ ਮਾਣਨ ਦਾ ਮੌਕਾ ਮਿਲਿਆ। ਸੋ ਬਹੁਤ ਧੰਨਵਾਦ ਹੈ ਦੋਵੇਂ ਬੱਚਿਆਂ ਦਾ। ਆਓ ਜੋ ਸਾਡਾ ਸੈਸ਼ਨ ਅੱਜ ਦਾ ਹੈ ਉਹ ਗਿਆਨੀ ਹਰਜੀਤ ਸਿੰਘ ਜੀ ਗੁਰਦੁਆਰਾ ਸ਼੍ਰੀ ਦੂਖ ਨਿਵਾਰਨ ਸਾਹਿਬ ਤੋਂ, ਜੋ ਕਿਸੇ ਜਾਣ ਪਛਾਣ ਦੇ ਮੁਹਤਾਜ ਨਹੀਂ ਹਨ, ਸਭ ਸੰਗਤਾਂ ਜਾਣਦੀਆਂ ਨੇ। ਗਿਆਨੀ ਹਰਜੀਤ ਸਿੰਘ ਜੀ ਉਹਨਾਂ ਨੂੰ ਬੜੀ ਕਥਾ ਵਿਚਾਰ ਕਰਦੇ ਨੇ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਤੋਂ। ਸੋ ਆਓ, ਅੱਜ ਉਹਨਾਂ ਦਾ ਵਿਸ਼ਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਰਮ ਕਾਂਡਾਂ ਤੇ ਚੋਟ। ਬਹੁਤ ਹੀ ਵਧੀਆ ਵਿਸ਼ਾ ਹੈ। ਅਸੀਂ ਸਾਰਿਆਂ ਨੇ ਅੱਜ ਦਾ ਵਿਸ਼ਾ ਸਰਵਣ ਕਰਕੇ, ਜਿੰਨੇ ਵਿਦਿਆਰਥੀ ਨੇ ਖਾਸ ਕਰਕੇ, ਉਹਨਾਂ ਕਰਮ ਕਾਂਡਾਂ ਤੋਂ ਬਚਣਾ ਹੈ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦੱਸੇ ਨੇ, ਔਰ ਅੱਜ ਉਹਨਾਂ ਦੀ ਯਾਦ ਤਾਜ਼ਾ ਕਰਵਾ ਰਹੇ ਨੇ। ਭੁੱਲ ਜਾਂਦੇ ਨੇ, ਲੋਕਾਂ ਨੂੰ ਭੁੱਲ ਜਾਂਦੇ ਨੇ ਕਰਮ ਕਾਂਡ, ਰੀਸੋ ਰੀਸ ਕਰਮ ਕਾਂਡਾਂ ਵਿੱਚ ਪੈ ਜਾਂਦੇ ਨੇ। ਸੋ ਸਾਰੇ ਵਿਦਿਆਰਥੀਆਂ ਨੇ ਕਰਮ ਕਾਂਡ ਸੁਣ ਕੇ ਆਪ ਵੀ ਕਰਮ ਕਾਂਡਾਂ ਤੋਂ ਬਚਣਾ ਹੈ ਤੇ ਮਾਂ ਪਿਓ ਨੂੰ ਵੀ ਸੁਚੇਤ ਕਰਨਾ ਹੈ। ਆਓ ਅਸੀਂ ਗਿਆਨੀ ਜੀ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਜੀ ਆਇਆਂ ਆਖਦੇ ਹਾਂ, ਤੇ ਸਾਰੇ ਸਟਾਫ ਵੱਲੋਂ, ਸਾਰੇ ਮੈਂਬਰ ਸਾਹਿਬਾਨ ਵੱਲੋਂ, ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ ਯੂਕੇ ਵਾਲਿਆਂ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ। ਅਸੀਂ ਸਾਰੇ, ਬੇਨਤੀ ਹੈ ਕਿ ਭਾਈ ਸਾਹਿਬ ਜੀ ਆਪਣਾ ਵਿਸ਼ਾ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸ਼ਾਇਦ ਨੂੰ ਅਜੇ ਜੁੜ ਨਹੀਂ ਪਾਏ ਜੀ ਤੇ ਪਲੀਜ਼ ਆਪ ਜੀ ਵਿਸ਼ਾ ਆਰੰਭ ਕਰੋ ਜੀ, ਫਿਰ ਉਹ ਜੁੜਦੇ ਮੈਂ ਆਪ ਜੀ ਨੂੰ ਦੱਸਦੀ ਹਾਂ ਜੀ 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 ਭੈਣ ਜੀ, ਸਤਿਵਚਨ ਜੀ। ਸੋ ਆਓ ਪਿਆਰੇ ਵਿਦਿਆਰਥੀਓ, ਕੋਈ ਗੱਲ ਨਹੀਂ, ਕਈ ਵਾਰੀ ਟੈਕਨੀਕਲ ਪ੍ਰੋਬਲਮ ਆ ਜਾਂਦੀ ਹੈ। ਸੋ ਕਰਮ ਕਾਂਡ, ਬੜੇ ਕਰਮ ਕਾਂਡ ਨੇ ਜੋ ਗੁਰੂ ਜੀ ਨੇ ਸਾਨੂੰ ਬਾਣੀ ਦੇ ਵਿੱਚ ਦੱਸੇ ਨੇ, ਪਰ ਸਾਡੇ ਲੋਕ ਗੁਰੂ ਕੀ ਬਾਣੀ ਤੋਂ ਦੂਰ ਰਹਿ ਗਏ। ਕੁਝ ਪਰਿਵਾਰ ਨੇ ਜੋ ਜੁੜੇ ਹੋਏ ਨੇ ਪਿੰਡਾਂ ਸ਼ਹਿਰਾਂ ਦੇ ਵਿੱਚ, ਨਹੀਂ ਲੋਕ ਹਨੇਰਾ ਹੀ ਢੋ ਰਹੇ ਨੇ। ਕੋਈ ਮੜੀਆਂ ਮਸਾਣੀਆਂ ਤੇ ਜਾ ਰਿਹਾ ਹੈ, ਕੋਈ ਕਬਰਾਂ ਤੇ ਦੀਵੇ ਬਾਲ ਰਿਹਾ ਹੈ, ਕੋਈ ਪੀਰ ਬਾਬਿਆਂ ਦੇ ਚਾਦਰਾਂ ਚਾੜਦਾ ਫਿਰਦਾ ਹੈ। ਬੇਅੰਤ ਪ੍ਰਕਾਰ ਦੇ ਕਰਮ ਕਾਂਡ ਨੇ। ਭੋਰਾ ਭੋਰਾ ਗੱਲ ਦੇ ਉੱਤੇ ਸਾਡੇ ਲੋਕ ਵਿਚਾਰਾਂ ਕਰਨ ਲੱਗ ਜਾਂਦੇ ਨੇ, ਐ ਨਹੀਂ ਕਰਨਾ, ਐ ਨਹੀਂ ਕਰਨਾ। ਜੇ ਕੋਈ ਬੱਚਾ ਜਾਣ ਲੱਗਿਆ ਸਕੂਲ ਨੂੰ, ਜੇ ਬੱਚੇ ਦੇ ਅੜੋਸ ਪੜੋਸ ਵਿੱਚ ਵੀ ਕਿਸੇ ਨੇ ਸਿੱਕ ਮਾਰ ਦਿੱਤੀ ਨਾ,
ਤਾਂ ਵੀ ਕਹਿ ਦਿੰਦੇ ਆ ਬੇਟਾ ਬੈਗ ਰੱਖ ਦੇ, ਪੈਰ ਚੋਂ ਜੁੱਤੀ ਖੋਲ ਲਾ, ਝਾੜ ਲਾ, ਆ ਪਾਣੀ ਦਾ ਘੁੱਟ ਪੀ ਲਾ, ਤਾਂ ਸਕੂਲ ਜਾਈ, ਛਿੱਕ ਦਾ ਅਸਰ ਖਤਮ ਹੋ ਜਾਊਗਾ। ਸੋ ਇਹੋ ਜਿਹੇ ਅਣਗਿਣਤ ਕਰਮ ਕਾਂਡ ਨੇ। ਸੋ ਗੁਰੂ ਜੀ ਨੇ ਇਹਨਾਂ ਕਰਮ ਕਾਂਡਾਂ ਤੋਂ ਸਾਰੇ ਸਿੱਖ ਜਗਤ ਨੂੰ, ਕੀ ਕੁੱਲ ਸੰਸਾਰ ਨੂੰ, ਕੁੱਲ ਦੁਨੀਆ ਦੀ ਕਾਇਨਾਤ ਨੂੰ ਇਸ ਗੱਲ ਤੋਂ ਸੁਚੇਤ ਕੀਤਾ ਹੈ, ਭਾਈ ਇਹਨਾਂ ਕਰਮ ਕਾਂਡਾਂ ਤੋਂ ਅਸੀਂ ਬਚਣਾ ਹੈ, ਇੱਕ ਪਰਮੇਸ਼ਰ ਦਾ ਨਾਮ ਜਪਣਾ ਹੈ। ਪਰਮੇਸ਼ਰ ਤੋਂ ਬਿਨਾ ਬਾਕੀ ਕੋਈ ਸਹਾਈ ਹੋਣ ਵਾਲਾ ਨਹੀਂ ਹੈ। ਸੋ ਅਸੀਂ ਸੁਚੇਤ ਰਹਿਣਾ ਹੈ। ਐਨੇ ਕਰਮ ਕਾਂਡ ਨੇ ਕਿ ਬਿੱਲੀ ਰਸਤਾ ਕੱਟ ਗਈ। ਲੋ ਜੀ, ਬਿੱਲੀ ਰਸਤਾ ਕੱਟ ਗਈ। ਇਹੋ ਜਿਹੇ ਵੀਰ ਭੈਣਾਂ ਵੇਖੇ ਨੇ ਜੋ ਰੋਡ ਤੇ ਜਾਂਦੇ ਸਕੂਟਰ ਮੋਟਰਸਾਈਕਲ ਰੋਕ ਲੈਂਦੇ ਨੇ, ਤੇ ਪਹਿਲਾਂ ਕੋਈ ਹੋਰ ਲੰਘੂਗਾ ਤਾਂ ਅਸੀਂ ਨਿਕਲਾਂਗੇ। ਮੇਰੇ ਘਰ ਦੇ ਬਾਹਰ ਬਿੱਲੀਆਂ ਦੀ ਆਵਾਜਾਈ ਬਹੁਤ ਹੈ, ਤੇ ਜਦੋਂ ਰਸਤੇ ਵਿੱਚ ਲੋਕ ਆਉਂਦੇ ਆ, ਬਿੱਲੀ ਨਿਕਲ ਜਾਂਦੀ ਆ, ਦੋਵੇਂ ਪਾਸੇ ਖੜੇ ਹੋ ਜਾਂਦੇ ਨੇ। ਇੱਕ ਦੋ ਵਾਰੀ ਮੈਨੂੰ ਵਿੱਚ ਦੀ ਨਿਕਲਣਾ ਪਿਆ ਵੀ ਆ ਜਾਓ ਹੁਣ ਤੁਸੀਂ ਨਿਕਲੋ, ਹੁਣ ਮੈਂ ਇੱਥੋਂ ਨਿਕਲ ਗਿਆ। ਸੋ ਇਹੋ ਜਿਹੇ ਕਰਮ ਕਾਂਡਾਂ ਤੋਂ ਅਸੀਂ ਬਚਣਾ ਹੈ। ਆਓ, ਭਾਈ ਸਾਹਿਬ ਜੀ ਹਾਜ਼ਰ ਹੋ ਗਏ ਨੇ ਸ਼ਾਇਦ। ਅਸੀਂ ਭਾਈ ਸਾਹਿਬ ਜੀ ਨੂੰ ਐਜੂਕੇਟ ਪੰਜਾਬ ਪ੍ਰੋਜੈਕਟ ਵੱਲੋਂ ਹੱਥ ਜੋੜ ਕੇ ਜੀਓ ਆਇਆ ਕਹਿੰਦੇ ਹਾਂ ਜੀ। ਸਾਰੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ, ਵੀਰ ਜੀ ਜਸਵਿੰਦਰ ਸਿੰਘ ਜੀ ਖਾਲਸਾ ਜੁਕੇ ਵਾਲਿਆਂ ਵੱਲੋਂ, ਸਾਰੇ ਸਾਡੇ ਸਟਾਫ ਵੱਲੋਂ, ਭਾਈ ਸਾਹਿਬ ਜੀ ਗਿਆਨੀ ਹਰਜੀਤ ਸਿੰਘ ਜੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਜੋ ਕਿਸੇ ਵੀ ਜਾਣ ਪਛਾਣ ਦੇ ਮੁਹਤਾਜ ਨਹੀਂ ਹੈ। ਸਾਰੀਆਂ ਸਿੱਖ ਸੰਗਤਾਂ ਦੂਰ ਦੂਰ ਤੱਕ ਇਹਨਾਂ ਦੀ ਲਾਈਵ ਕਥਾ ਵਿਚਾਰ ਸਰਵਣ ਕਰਦੀਆਂ ਨੇ। ਆਓ ਅਸੀਂ ਇੱਕ ਵਾਰੀ ਫਿਰ ਭਾਈ ਸਾਹਿਬ ਨੂੰ ਜੀਓ ਆਇਆ ਕਹਿੰਦੇ ਹਾਂ ਤੇ ਬੇਨਤੀ ਕਰਦੇ ਹਾਂ, ਆਪਣਾ ਵਿਸ਼ਾ ਆਰੰਭ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਆ ਰਹੀ ਵੀਰ ਜੀ? ਆ ਰਹੀ ਆ ਜੀ, ਬਹੁਤ ਵਧੀਆ। ਸਮੂਹ ਗੁਰੂ ਪਿਆਰਿਆਂ ਨੂੰ, ਬੱਚਿਆਂ ਨੂੰ, ਜਿੰਨੇ ਵੀ ਇਸ ਐਪ ਦੇ ਨਾਲ ਜੁੜੇ ਹੋਏ ਨੇ, ਸਭ ਤੋਂ ਪਹਿਲਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਪੁਰਬ ਨੂੰ ਸਮਰਪਿਤ ਹੋ ਕੇ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਇਸ ਸੰਸਾਰਿਕ ਯਾਤਰਾ ਦੇ ਦੌਰਾਨ ਵਿਚਰੇ, ਉਹਨਾਂ ਨੇ ਕਰਮ ਕਾਂਡ ਹੁੰਦਿਆਂ ਵੇਖਿਆ ਕਿ ਇਹ ਜਿਹੜੇ ਧਰਮ ਦੇ ਨਾਮ ਉੱਤੇ ਕਰਮ ਕਾਂਡ ਹੋ ਰਹੇ ਨੇ, ਇਹਦੇ ਨਾਲ ਜੀਵਨ ਸਫਲ ਨਹੀਂ ਹੋਣਾ, ਇਹਦੇ ਨਾਲ ਉਹ ਕਾਮਯਾਬੀ ਨਹੀਂ ਮਿਲਣੀ ਜੋ ਅਸੀਂ ਇਸ ਜਨਮ ਦੇ ਵਿੱਚ ਕਾਮਯਾਬੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਨਿਰੰਕਾਰ ਨਾਲ, ਕਰਤੇ ਦੀ ਕੁਦਰਤ ਨਾਲ ਜੋੜ ਕੇ ਸਮਝਾਉਣ ਦਾ ਯਤਨ ਕੀਤਾ ਕਿ ਜਿੰਨੇ ਤੁਸੀਂ ਧਰਮ ਦੀ ਆੜ ਵਿੱਚ ਕਰਮ ਕਾਂਡ ਕਰ ਰਹੇ ਹੋ, ਇਹ ਨਿਫਲ ਨੇ, ਇਹਨਾਂ ਦਾ ਫਲ ਨਹੀਂ। ਜਿਵੇਂ ਅੰਮ੍ਰਿਤ ਬਾਣੀ ਵਿੱਚ ਬਚਨ ਵੀ ਆਉਂਦੇ ਨੇ, ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੁੱਟੈ। ਜੋ ਅੱਜ ਦਾ ਵਿਸ਼ਾ ਦਾਸ ਨੂੰ ਦਿੱਤਾ ਗਿਆ ਉਸ ਮੁਤਾਬਕ, ਪਰ ਸ਼ੁਰੂਆਤ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਤੋਂ ਕਰਾਂ। ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਜੋ 1469 ਦੇ ਵਿੱਚ ਰਾਏ ਭੋਏ ਦੀ ਤਲਵੰਡੀ ਵਿਖੇ, ਜਿਹਨੂੰ ਅੱਜ ਆਪਾਂ ਨਨਕਾਣਾ ਸਾਹਿਬ ਆਖਦੇ ਹਾਂ, ਸਤਿਗੁਰੂ ਜੀ ਦਾ ਜਦੋਂ ਪ੍ਰਕਾਸ਼ ਹੁੰਦਾ ਹੈ, ਉਸ ਵੇਲੇ ਹਾਲਾਤ ਜਿਹੜੇ ਨੇ ਉਹ ਗਿਆਨ ਤੋਂ ਹੀਣੇ ਨੇ, ਚਾਰੇ ਪਾਸੇ ਅਗਿਆਨਤਾ ਹੈ, ਜਿਹਦਾ ਜ਼ਿਕਰ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਰਾਹੀਂ ਵੀ ਕੀਤਾ ਹੈ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ 7 ਕੁ ਸਾਲਾਂ ਦੇ ਹੁੰਦੇ ਨੇ, ਉਸ ਵੇਲੇ ਗੁਰੂ ਸਾਹਿਬ ਜੀ ਨੂੰ ਗੋਪਾਲ ਪੰਡਤ ਜਿਹੜਾ ਪੜ੍ਹਾਉਣ ਵਾਲਾ ਹੈ, ਉਹਦੇ ਕੋਲ ਪੜ੍ਹਨ ਵਾਸਤੇ ਭੇਜਿਆ ਜਾਂਦਾ ਹੈ। ਪਰ ਗੁਰੂ ਸਾਹਿਬ ਜੀ ਉੱਥੇ ਵੀ ਗੱਲ ਇੱਕ ਦੀ ਕਰਦੇ ਨੇ ਕਿ ਜਿੰਨਾ ਚਿਰ ਇੱਕ ਅਕਾਲ ਪੁਰਖ ਪਰਮੇਸ਼ਵਰ ਦੀ ਸਾਨੂੰ ਸੋਝੀ ਨਹੀਂ ਹੋਏਗੀ, ਉਨਾ ਚਿਰ ਅੰਦਰੋਂ ਦੁਬਿਧਾ ਖਤਮ ਨਹੀਂ ਹੋਣੀ। ਜਿੰਨਾ ਚਿਰ ਅਸੀਂ ਦੁਬਿਧਾ ਦੇ ਵਿੱਚ ਪਏ ਹਾਂ, ਉਨਾ ਚਿਰ ਅਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਫਿਰ ਮੌਲਵੀ
ਕੁਤਬੁਦੀਨ ਜਿਹੜਾ ਉਹਦੇ ਕੋਲ ਪੜਨ ਵਾਸਤੇ ਭੇਜਿਆ ਗਿਆ, ਪੰਡਤ ਬਿਜ ਲਾਲ ਕੋਲ ਪੜਨ ਵਾਸਤੇ ਭੇਜਿਆ ਗਿਆ। ਸਤਿਗੁਰੂ ਜੀ ਨੇ ਬਸ ਇੱਕੋ ਹੀ ਗੱਲ ਕੀਤੀ ਕਿ ਇੱਕ ਅਕਾਲ ਪੁਰਖ ਪਰਮੇਸ਼ਵਰ ਦਾ ਗਿਆਨ ਹੋਣਾ ਜ਼ਰੂਰੀ। ਅੱਜ ਸਾਡੇ ਕੋਲ ਵਿਗਿਆਨ ਹੈ ਔਰ ਚਾਹੀਦਾ ਵੀ ਹੈ। ਜਿਸ ਸਮਾਜ ਵਿੱਚ ਅਸੀਂ ਜੀ ਰਹੇ ਹਾਂ, ਇਸ ਸਮਾਜ ਦੇ ਵਿੱਚ ਸਾਡੇ ਖਾਸ ਕਰਕੇ ਬੱਚਿਆਂ ਨੂੰ, ਅਜੋਕੀ ਪੀੜ੍ਹੀ ਨੂੰ ਵਿਗਿਆਨਕ ਤਲ ਤੇ ਉੱਤੇ ਗਿਆਨ ਵੀ ਹੋਣਾ ਬਹੁਤ ਜ਼ਰੂਰੀ ਹੈ। ਪਰ ਉਹਦੇ ਨਾਲ ਨਾਲ ਸਾਨੂੰ ਬ੍ਰਹਮ ਗਿਆਨ ਦੀ ਵੀ ਲੋੜ ਹੈ। ਬ੍ਰਹਮ ਗਿਆਨ ਤੋਂ ਬਿਨਾਂ ਵੀ ਅਸੀਂ ਅਧੂਰੇ ਹਾਂ, ਜਾਂ ਅਗਿਆਨਤਾ ਦੇ ਹਨੇਰੇ ਵਿੱਚ ਕਰਮ ਕਾਂਡ ਜਿਹੜੇ ਆ ਉਹ ਅਸੀਂ ਕਰ ਰਹੇ ਹਾਂ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਜਦੋਂ 10 ਕੁ ਸਾਲਾਂ ਦੇ ਹੁੰਦੇ ਤੇ ਇੱਕ ਰਸਮ ਜਿਹੜੀ ਹੈ ਜਿਹਨੂੰ ਜਨੇਊ ਦੀ ਰਸਮ ਕਿਹਾ ਜਾਂਦਾ ਹੈ, ਪਰਿਵਾਰ ਵੱਲੋਂ ਇਹ ਰਸਮ ਨਿਭਾਉਣ ਵਾਸਤੇ ਤਿਆਰੀ ਜਿਹੜੀ ਹੈ ਉਹ ਕੀਤੀ ਗਈ ਔਰ ਪੰਡਤ ਹਰਦਿਆਲ ਜੀ ਨੂੰ ਬੁਲਾਇਆ ਗਿਆ ਵੀ ਤੁਸੀਂ ਇਹ ਅੱਜ ਰਸਮ ਜਿਹੜੀ ਹੈ ਨਿਭਾਉਣੀ ਹੈ ਜਨੇਊ ਪਹਿਨਾਉਣ ਵਾਲੀ। ਤੇ ਜਦੋਂ ਜਨੇਊ ਪਹਿਨਾਉਣ ਵਾਲੀ ਰਸਮ ਨੂੰ ਨਿਭਾਉਂਦੇ ਨੇ ਪੰਡਤ ਹਰਦਿਆਲ ਜੀ, ਤੇ ਗੁਰੂ ਨਾਨਕ ਸਾਹਿਬ ਜੀ ਨੇ ਇੱਕੋ ਹੀ ਉੱਥੇ ਜ਼ਿਕਰ ਕੀਤਾ ਵੀ ਮੈਨੂੰ ਇਨਕਾਰ ਨਹੀਂ, ਪਰ ਜਿਹੜਾ ਤੁਹਾਡਾ ਇਹ ਜਨੇਊ ਹੈ ਮੈਂ ਇਹਦਾ ਖੰਡਨ ਕਰਦਾ ਹਾਂ। ਜਿਹੜਾ ਮੈਂ ਚਾਹੁੰਦਾ ਜੇ ਉਹ ਤੁਹਾਡੇ ਕੋਲ ਹੈ ਤੇ ਉਹ ਮੇਰੇ ਗਲ ਵਿੱਚ ਪਾ ਦਿਓ। ਉੱਥੇ ਫਿਰ ਇੱਕ ਸਵਾਲ ਪੈਦਾ ਹੋਇਆ ਵੀ ਤੁਸੀਂ ਕਿਹੜੇ ਜਨੇਊ ਦੀ ਗੱਲ ਕਰਦੇ ਹੋ? ਤੇ ਗੁਰੂ ਸਾਹਿਬ ਨੇ ਫਿਰ ਉੱਥੇ ਬਚਨ ਉਚਾਰਿਆ, ਗੁਰਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਸਾਹਿਬ ਕਹਿੰਦੇ ਦਇਆ ਕਪਾਹਾ ਸੰਤੋਖ ਸੂਤ ਜਤ ਗੰਢੀ ਸਤ ਵਟ। ਮੈਨੂੰ ਉਹ ਜਨੇਊ ਚਾਹੀਦਾ ਹੈ ਜਿਹੜਾ ਤੁਸੀਂ ਕਪਾਹ ਦਾ ਸੂਤ ਕੇ ਉਹਨੂੰ ਵੱਟ ਦੇ ਕੇ ਜਿਹੜਾ ਤਿਆਰ ਕਰਕੇ ਲਿਆਏ ਉਹ ਮੇਰੇ ਗਲ ਵਿੱਚ ਪਾਉਣ ਵਾਸਤੇ। ਗੁਰੂ ਸਾਹਿਬ ਕਹਿੰਦੇ ਮੈਂ ਇਹਦਾ ਖੰਡਨ ਕਰਦਾ, ਮੈਨੂੰ ਚਾਹੀਦਾ ਹੈ ਪਰ ਮੈਨੂੰ ਉਹਦੇ ਵਿੱਚ ਦਇਆ ਚਾਹੀਦੀ ਹੈ, ਸੰਤੋਖ ਚਾਹੀਦਾ ਹੈ, ਉਹਦੇ ਵਿੱਚ ਮੈਨੂੰ ਜਤ ਔਰ ਸਤ ਚਾਹੀਦੀ ਹੈ। ਸਭ ਕਹਿੰਦੇ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਪਾਂਡੇ ਦਾ ਮਤਲਬ ਪੰਡਤ ਹਰਦਿਆਲ ਜੀ ਨੂੰ ਕਹਿ ਰਹੇ ਆ ਕਿ ਜਿਹੜੀ ਇਹ ਰਸਮ ਹੈ ਤੇਰੀ ਝੂਠੀ ਹੈ, ਜੇ ਸੱਚੀ ਰਸਮ ਨੂੰ ਨਿਭਾਉਣਾ ਹੈ ਤਾਂ ਹਈ ਤਾਂ ਪਾਂਡੇ ਘੱਤ, ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜੱਲੇ ਨਾ ਜਾਏ। ਗੁਰੂ ਸਾਹਿਬ ਜੀ ਕਹਿੰਦੇ ਮੈਨੂੰ ਉਹ ਜਨੇਊ ਚਾਹੀਦਾ ਹੈ। ਭਾਵ ਜਦੋਂ ਗੁਰੂ ਸਾਹਿਬ ਬਾਲਪਨ ਅਵਸਥਾ ਦੇ ਵਿੱਚ ਨੇ ਉਦੋਂ ਹੀ ਇਸ ਚੀਜ਼ ਦਾ ਗੁਰੂ ਸਾਹਿਬ ਖੰਡਨ ਕਰਕੇ ਸਾਨੂੰ ਸੱਚ ਦੇ ਨਾਲ ਜੋੜਨਾ ਚਾਹੁੰਦੇ ਨੇ, ਜਿਹਦੇ ਵਿੱਚ ਦਇਆ ਹੋਵੇ, ਸੰਤੋਖ ਹੋਵੇ, ਜਿਹਦੇ ਵਿੱਚ ਸਬਰ ਔਰ ਸੰਤੋਖ ਨਹੀਂ, ਕਹਿਣ ਲੱਗੇ ਉਹ ਸੱਚ ਨਹੀਂ ਹੈ, ਉਹ ਝੂਠ ਹੈ। ਇਸ ਲਈ ਉਹ ਮੈਨੂੰ ਚਾਹੀਦਾ ਜਿਹਦੇ ਨਾਲ ਮੇਰੇ ਜੀਵਨ ਦੇ ਵਿੱਚ ਦਇਆ ਔਰ ਸੰਤੋਖ ਜਿਹੜਾ ਇਹ ਬੜਾ ਜ਼ਰੂਰੀ ਹੈ। ਅਗਰ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੀ ਆਪਾਂ ਗੱਲ ਕਰੀਏ ਤੇ ਉਸ ਵੇਲੇ ਜੋ ਸਮਾਜ ਦੇ ਵਿੱਚ ਧਾਰਮਿਕ ਲੋਕ ਜਿਹੜੇ ਧਰਮ ਦੀ ਆੜ ਵਿੱਚ ਖਿਲਵਾੜ ਕਰ ਰਹੇ ਨੇ, ਕਰਮ ਕਾਂਡ ਕਰਕੇ ਲੋਕਾਂ ਨੂੰ ਆਪਣੇ ਮਗਰ ਲਾ ਰਹੇ ਨੇ, ਅਗਿਆਨਤਾ ਦੇ ਜਾਲ ਵਿੱਚ ਉਹਨਾਂ ਨੂੰ ਫਸਾ ਕੇ ਉਹ ਕਰਮ ਕਰਾ ਰਹੇ ਨੇ ਜਿਹੜੇ ਨਿਫਲ ਨੇ, ਜਿਹਦੇ ਨਾਲ ਸਾਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਏਗੀ। ਸਾਡੇ ਜੀਵਨ ਵਿੱਚ ਜੋ ਜਿਸ ਕਰਕੇ ਸਾਨੂੰ ਮਨੁੱਖਾ ਜਨਮ ਮਿਲਿਆ ਉਹਦੇ ਤੋਂ ਅਸੀਂ ਅਧੂਰੇ ਰਹਿ ਜਾਾਂਗੇ। ਗੁਰੂ ਨਾਨਕ ਸਾਹਿਬ ਜੀ ਨੇ ਧਨਾਸਰੀ ਰਾਗ ਦੇ ਵਿੱਚ ਇੱਕ ਬਚਨ ਨੂੰ ਉਚਾਰਿਆ ਜਿਹਨੂੰ ਧਾਰਮਿਕ ਦਸ਼ਾ ਜਿਹੜੀ ਹੈ ਉਹ ਬਿਆਨ ਕੀਤੀ। ਗੁਰੂ ਸਾਹਿਬ ਜੀ ਵੇਲੇ ਧਾਰਮਿਕ ਦਸ਼ਾ ਕੀ ਹੈ? ਉਸ ਵੇਲੇ ਕਾਜੀ ਹੈ, ਬ੍ਰਾਹਮਣ ਹੈ, ਜੋਗੀ ਹੈ। ਹੁਣ ਜੋਗੀ ਆਪਣੇ ਤਰੀਕੇ ਨਾਲ ਜੋੜਨਾ ਚਾਹੁੰਦਾ ਹੈ, ਬ੍ਰਾਹਮਣ ਆਪਣੇ ਤਰੀਕੇ ਨਾਲ ਜੋੜਨਾ ਚਾਹੁੰਦਾ ਹੈ, ਔਰ ਕਾਜੀ ਜਿਹੜਾ ਹੈ ਉਹ ਇਸਲਾਮ ਧਰਮ ਦੇ ਵਿੱਚ ਆਪਣੇ ਤਰੀਕੇ ਨਾਲ ਜੋੜਨਾ ਚਾਹੁੰਦਾ ਹੈ। ਪਰ ਜਿਹੜੇ ਇਹ ਧਰਮ ਦੇ ਆਗੂ ਨੇ ਇਹ ਆਪ ਹੀ ਧਰਮ ਨਾਲ ਖਿਲਵਾੜ ਕਰ ਰਹੇ ਨੇ, ਇਹ ਆਪ ਹੀ ਅੰਦਰੋਂ ਵਿਕਾਰਾਂ ਨਾਲ ਭਰੇ ਹੋਏ ਨੇ। ਇਸ ਲਈ ਗੁਰੂ ਸਾਹਿਬ ਨੇ ਆਖਿਆ ਕਾਦੀ ਕੂੜ ਬੋਲ ਮਲ ਖਾਏ, ਜਦ ਕਿ ਧਰਮੀ ਬੰਦਾ ਕੂੜ ਨਾਲ ਨਹੀਂ ਸੱਚ ਨਾਲ ਜੁੜਿਆ ਹੋਣਾ ਚਾਹੀਦਾ ਹੈ। ਧਰਮੀ ਬੰਦੇ ਦੇ ਕੋਲ ਝੂਠ ਨਹੀਂ, ਕੂੜ ਨਹੀਂ, ਸੱਚ ਹੋਣਾ ਚਾਹੀਦਾ ਹੈ। ਪਰ ਕਾਦੀ ਕੀ ਕਰ ਰਿਹਾ ਹੈ? ਕੂੜ ਬੋਲ ਕੇ ਉਹ ਮਲ ਖਾ ਰਿਹਾ ਹੈ, ਭਾਵ ਰਿਸ਼ਵਤ ਲੈ ਰਿਹਾ ਹੈ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਹਾਵੇ ਜੀਆ ਘਾਏ। ਤੇ ਬ੍ਰਾਹਮਣ ਕੀ ਕਰ ਰਿਹਾ ਹੈ? ਆਏ ਹੋਏ ਪ੍ਰਾਣੀਆਂ ਦੇ ਉੱਤੇ ਉਹ ਆਪਣਾ ਹੁਕਮ ਥੋਪ ਕੇ ਉਹਨਾਂ ਦੀ
ਹੱਤਿਆ ਕਰ ਰਿਹਾ ਹੈ, ਭਾਵ ਉਹਨਾਂ ਦੇ ਜਿਹੜਾ ਉਹਨਾਂ ਕੋਲ ਜੋ ਵੀ ਆ ਉਹ ਲੁੱਟ ਰਿਹਾ ਹੈ, ਆਪਣੇ ਤਰੀਕੇ ਨਾਲ ਉਹਨਾਂ ਕੋਲੋਂ ਕਰਮ ਕਾਂਡ ਕਰਵਾ ਕੇ ਉਹਨਾਂ ਦੇ ਜੀਆਂ ਘਾਏ, ਭਾਵ ਉਹਨਾਂ ਦੀ ਹੱਤਿਆ ਕਰ ਰਿਹਾ ਹੈ। ਜੁਗਤ ਜਾਣੇ ਅੰਧ, ਜੋਗੀ ਤਾਂ ਬਣ ਗਏ ਕੰਨਾਂ ਵਿੱਚ ਮੁੰਦਰਾਂ ਪਾ ਕੇ, ਜੋਗੀ ਤਾਂ ਬਣ ਗਏ ਤਨ ਤੇ ਵਿਭੂਤੀ ਮਲ ਕੇ, ਪਰ ਉਹ ਜੁਗਤੀ ਜਿਹੜੀ ਸੀ ਉਹ ਜਾਣੀ ਨਹੀਂ, ਇਸ ਲਈ ਅੰਦਰੋਂ ਅੰਧਕਾਰ ਵਿੱਚ ਫਸੇ ਨੇ ਤੇ ਬਾਹਰੋਂ ਜੋਗੀ ਬਣ ਕੇ ਬੈਠੇ ਨੇ। ਅਸਲ ਵਿੱਚ ਇਹਨਾਂ ਤਿੰਨਾਂ ਨੇ ਧਰਮ ਦੀ ਆੜ ਦੇ ਵਿੱਚ ਕੀ ਕੀਤਾ? ਗੁਰੂ ਸਾਹਿਬ ਕਹਿੰਦੇ ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਦ। ਅਸਲ ਵਿੱਚ ਇਹਨਾਂ ਨੇ ਧਰਮ ਨਾਲ ਤਿੰਨਾਂ ਨੇ ਖਿਲਵਾੜ ਕੀਤਾ ਹੈ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਹੋਇਆ ਕਿ ਜੋ ਧਰਮ ਦੇ ਵਿੱਚ ਸ਼ਰਮ ਹਿਆ ਹੋਣੀ ਚਾਹੀਦੀ ਸੀ ਉਹ ਦੂਰ ਹੋ ਗਈ। ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ। ਫਿਰ ਗੁਰੂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਨੇ, ਜੋ ਸਮੇਂ ਦੇ ਪੰਡਤ ਨੇ, ਧਿਆਨ ਰੱਖਿਓ ਗੁਰਬਾਣੀ ਦੇ ਵਿੱਚ ਹਰ ਇੱਕ ਦੀ ਡੈਫੀਨੇਸ਼ਨ ਪਰਿਭਾਸ਼ਾ ਦੇ ਕੇ ਸਮਝਾਇਆ ਤਾਂ ਕਿ ਅਸੀਂ ਵਹਿਮ ਭਰਮ ਚ ਨਾ ਪੈ ਜਾਈਏ, ਅਸੀਂ ਕਰਮ ਕਾਂਡ ਨਾ ਕਰ ਬੈਠੀਏ, ਅਸੀਂ ਅਗਿਆਨਤਾ ਦੇ ਵਸ ਨਾ ਪੈ ਜਾਈਏ। ਪੰਡਤ ਕਿਹਨੂੰ ਕਹਿੰਦੇ ਨੇ? ਬ੍ਰਹਮ ਗਿਆਨੀ ਕਿਹਨੂੰ ਕਹਿੰਦੇ ਨੇ? ਸੰਨਿਆਸੀ ਕਿਹਨੂੰ ਕਹਿੰਦੇ ਨੇ? ਜੋਗੀ ਕਿਹਨੂੰ ਕਹਿੰਦੇ? ਗਿਆਨੀ ਕਿਹਦੇ ਨਾਲ ਜੁੜਦਾ ਹੈ? ਇਹ ਸਾਰੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਿੱਤੀ ਹੈ। ਇਹਨਾਂ ਸਾਰਿਆਂ ਦੀ ਡੈਫੀਨੇਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹੈ। ਕੱਲ ਨੂੰ ਕੋਈ ਸਾਡੇ ਸਾਹਮਣੇ ਕੋਈ ਪੰਡਤ ਬਣ ਕੇ ਆਏ ਤੇ ਸਾਨੂੰ ਉਹਦੀ ਪਰਿਭਾਸ਼ਾ ਪਤਾ ਹੋਵੇ ਤੇ ਅਸੀਂ ਕਦੇ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਕਰਮ ਕਾਂਡ ਔਰ ਵਹਿਮ ਭਰਮ ਦਾ ਸ਼ਿਕਾਰ ਨਹੀਂ ਬਣਾਂਗੇ। ਹੁਣ ਜਦੋਂ ਪੰਡਤ ਦੀ ਬਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛੀਏ ਤਾਂ ਗੁਰੂ ਸਾਹਿਬ ਜੀ ਫਿਰ ਪੰਡਤ ਬਾਰੇ ਦੱਸਦੇ ਨੇ ਕਿ ਕੇਵਲ ਧਰਮ ਦੀਆਂ ਪੁਸਤਕਾਂ ਹੀ ਜਿਹੜੀਆਂ ਨੇ ਇਹ ਪੜ੍ਹਦਾ ਹੈ। ਔਰ ਇਹਨੇ ਕੀ ਕੀਤਾ? ਇਹਨੇ ਇੱਕ ਇਨਸਾਨ ਨੂੰ 4 ਹਿੱਸਿਆਂ ਦੇ ਵਿੱਚ ਵੰਡ ਕੇ ਆਪਸ ਦੇ ਵਿੱਚ ਨਫ਼ਰਤ ਜਿਹੜੀ ਆ ਉਹ ਪੈਦਾ ਕਰ ਦਿੱਤੀ। ਹੁਣ ਉਹਦੇ ਬਾਰੇ ਗੁਰੂ ਸਾਹਿਬ ਦੱਸਦੇ, ਕਹਿੰਦੇ ਪੰਡਤ ਵਾਚੈ ਪੋਥੀਆਂ ਨਾ ਬੁੱਝਹਿ ਵਿਚਾਰ। ਜਿਹੜੀ ਵਿਚਾਰ ਨੂੰ ਸਮਝਣਾ ਸੀ ਉਸ ਵਿਚਾਰ ਨੂੰ ਸਮਝਿਆ ਨਹੀਂ। ਇੱਥੇ ਇੱਕ ਬੇਨਤੀ ਕਰਾਂ, ਅੱਜ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਨਹੀਂ ਰਹੇ। ਨਾ ਸਮਝਣ ਕਰਕੇ ਅਸੀਂ ਜਿਹੜੇ ਕਰਮ ਕਾਂਡਾਂ ਤੋਂ ਸਾਨੂੰ ਰੋਕਿਆ, ਅਸੀਂ ਉਹੀ ਕਰਮ ਕਾਂਡ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕਰਦੇ ਨਜ਼ਰ ਆਉਂਦੇ ਹਾਂ। ਉਹਦਾ ਕਾਰਨ ਕੀ ਹੈ ਕਿ ਗੁਰਬਾਣੀ ਅਸੀਂ ਸੁਣ ਤਾਂ ਲਈ, ਗੁਰਬਾਣੀ ਨੂੰ ਪੜ੍ਹ ਤਾਂ ਲਿਆ, ਪਰ ਉਹਦੀ ਵਿਚਾਰ ਨੂੰ ਅਸੀਂ ਸਮਝਿਆ ਨਹੀਂ। ਉਹਦੇ ਅਰਥ ਜਿਹੜੇ ਸੀ ਉਹ ਅਸੀਂ ਸਮਝ ਨਹੀਂ ਪਾਏ, ਜਿਹਦੇ ਕਰਕੇ ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਵਿੱਚ ਕਰਮ ਕਾਂਡਾਂ ਤੋਂ ਵਰਜਿਆ, ਰੋਕਿਆ, ਅਸੀਂ ਉਹੀ ਕਰਮ ਕਾਂਡ ਅੱਜ ਫਿਰ ਕਰ ਰਹੇ ਹਾਂ। ਸਾਹਿਬ ਨੇ ਜਦੋਂ ਪੰਡਤ ਦੀ ਗੱਲ ਕੀਤੀ, ਕਹਿੰਦੇ ਪੰਡਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਅੰਨ ਕੋ ਮੱਤੀ ਦੇ ਚੱਲੇ ਮਾਇਆ ਕਾ ਵਪਾਰ। ਅਸਲ ਵਿੱਚ ਇਹ ਮਾਇਆ ਦੇ ਵਪਾਰੀ ਨੇ, ਇਹ ਸੰਸਾਰ ਦੇ ਮੋਹ ਮਾਇਆ ਦੇ ਜਾਲ ਵਿੱਚ ਫਸੇ ਹੋਏ ਨੇ। ਇਹ ਸਿਰਫ ਬਾਹਰੋਂ ਧਰਮ ਦਾ ਲਿਬਾਸ ਪਾ ਕੇ ਫੋਕਟ ਕਰਮ ਕਰ ਵੀ ਰਹੇ ਨੇ ਤੇ ਕਰਵਾ ਵੀ ਰਹੇ ਨੇ, ਕਿਉਂਕਿ ਸੁਭਾਵਕ ਹੈ ਜਿਹੜਾ ਸੱਚ ਨਾਲ ਜੁੜੇਗਾ ਉਹ ਸੱਚ ਨਾਲ ਜੁੜੇਗਾ, ਜਿਹੜਾ ਵਹਿਮਾਂ ਭਰਮਾਂ ਨਾਲ ਜੁੜੇਗਾ ਉਹ ਵਹਿਮਾਂ ਭਰਮਾਂ ਨਾਲ ਹੀ ਜੁੜੇਗਾ, ਉਹ ਕਰਮ ਕਾਂਡਾਂ ਨਾਲ ਹੀ ਜੁੜੇਗਾ। ਹੁਣ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਦੇਖੋ ਆ ਪੰਡਤ ਦੀ ਹਾਲਤ ਕੀ ਹੈ ਕਿ ਗਲ ਦੇ ਵਿੱਚ ਮਾਲਾ ਪਾ ਲੈਣੀ, ਧੋਤੀ ਬੰਨ ਲੈਣੀ, ਮੱਥੇ ਤੇ ਤਿਲਕ ਲਾ ਲੈਣਾ। ਗੁਰੂ ਸਾਹਿਬ ਧਰਮ ਨੂੰ ਮਾੜਾ ਨਹੀਂ ਕਹਿ ਰਹੇ, ਧਰਮ ਦੀ ਆੜ ਵਿੱਚ ਕੀਤੇ ਹੋਏ ਕਰਮ ਕਾਂਡ ਨੂੰ ਗੁਰੂ ਸਾਹਿਬ ਰੋਕ ਰਹੇ ਨੇ। ਸਾਹਿਬ ਕਹਿੰਦੇ ਗਲ ਵਿੱਚ ਮਾਲਾ ਪਾ ਲੈਣੀ, ਮੱਥੇ ਤਿਲਕ ਲਾ ਲੈਣਾ, ਔਰ ਧਰਮੀ ਹੋਣ ਦਾ ਵਿਖਾਵਾ ਜਿਹੜਾ ਹੈ ਉਹ ਦੁਨੀਆ ਦੇ ਵਿੱਚ ਕਰਨਾ। ਪਰ ਸਤਿਗੁਰੂ ਜੀ ਨੇ ਜਦੋਂ ਦੇਖਿਆ ਤੇ ਸਾਹਿਬ ਕਹਿੰਦੇ ਨਹੀਂ, ਇਹ ਤੇ ਸਿਰਫ ਫੋਕਟ ਕਰਮ, ਇਹ ਸਿਰਫ ਨਿਕੰਮੇ ਕਰਮ ਨੇ, ਹੋਰ ਕੁਝ ਵੀ ਨਹੀਂ। ਇਹਨਾਂ ਕੰਮਾਂ ਵਿੱਚ ਕੁਝ ਨਹੀਂ ਰੱਖਿਆ, ਸਿਰਫ ਆਪਣੀ ਜ਼ਿੰਦਗੀ ਦਾ ਸਮਾਂ ਬਰਬਾਦ ਹੀ ਅਸੀਂ ਕਰਨਾ ਹੈ। ਉੱਥੇ ਵੀ ਆਪਾਂ ਬਚਨ ਗੁਰਬਾਣੀ ਵਿੱਚ ਪੜ੍ਹਦੇ ਹਾਂ, ਜਦੋਂ ਅਸੀਂ ਅੰਮ੍ਰਿਤ ਵੇਲੇ ਕੀਰਤਨ ਹੁੰਦਾ ਹੈ ਆਸਾ ਕੀ ਵਾਰ ਦਾ, ਉਹਦੇ ਵਿੱਚ ਇੱਕ ਬਚਨ ਪੜ੍ਹਦੇ ਹਾਂ। ਸਾਹਿਬ ਕਹਿੰਦੇ ਦੇਖੋ ਪੰਡਤ ਦੀ ਹਾਲਤ ਕਿ ਪੜ੍ਹ ਪੁਸਤਕ ਸੰਦੇਹਾ ਬਾਦੰ, ਸਿਲ ਪੂਜਸ ਬਗਲ ਸਮਾਦੰ। ਸਿਲ ਦਾ ਅਰਥ ਹੈ ਉਹ ਪੱਥਰ ਦੀ ਮੂਰਤੀ ਨੂੰ ਬਣਾ ਕੇ ਉਹਨੂੰ ਪੂਜਣਾ, ਤੇ ਸਮਾਧੀ ਕਿੱਦਾਂ ਦੀ ਹੈ? ਬਗਲ, ਬਗਲੇ ਵਰਗੀ ਸਮਾਧੀ।
ਭਾਵ ਅੱਖਾਂ ਮੀਟੀਆਂ ਹੋਈਆਂ ਨੇ ਪਰ ਅੰਦਰ ਮਨ ਦੇ ਵਿੱਚ ਖੋਟ ਹੈ। ਬਾਹਰੋਂ ਦੇਖਣ ਨੂੰ ਇਦਾਂ ਲੱਗਦਾ ਵੀ ਜਿਵੇਂ ਇਸ ਤੋਂ ਵੱਡਾ ਰੱਬ ਦਾ ਭਗਤ ਹੈ ਹੀ ਕੋਈ ਨਹੀਂ, ਪਰ ਅੰਦਰ ਕੀ ਹੈ? ਅੰਦਰ ਉਹਦੇ ਮਨ ਦੇ ਵਿੱਚ ਖੋਟ ਹੈ। ਬਾਹਰੋਂ ਅੱਖਾਂ ਮੀਟੀਆਂ ਨੇ, ਮਨ ਦੇ ਵਿੱਚ ਬੜਾ ਕੁਝ ਚੱਲ ਰਿਹਾ। ਇਸ ਲਈ ਕਹਿ ਰਹੇ ਨੇ, ਪੜ ਪੁਸਤਕ ਸੰਧਿਆ ਬਾਦਨ, ਸਿਲ ਪੂਜਸ ਬਗਲ ਸਮਾਦੰ, ਮੁਖ ਝੂਠ ਪੈ ਭੂਖਨ ਸਾਰੰ, ਤ੍ਰਿਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਿਲਾਟੰ। ਲਿਲਾਟੰ ਦਾ ਅਰਥ ਮੱਥੇ ਦੇ ਉੱਤੇ ਤਿਲਕ ਲੱਗਾ ਹੈ। ਦੁਜ ਧੋਤੀ ਬਸਤਰ ਕਪਾਟੰ, ਜੋ ਜਾਣਸ ਬ੍ਰਹਮੰ ਕਰਮੰ। ਤੇ ਗੁਰੂ ਸਾਹਿਬ ਨੇ ਕੀ ਕਿਹਾ? ਮਹਾਰਾਜ ਕਹਿੰਦੇ ਸਭ ਫੋਕਟ ਨਿਸ਼ਚੋ ਕਰਮੰ। ਆ ਜਿੰਨੇ ਵੀ ਬਾਹਰ ਦੇ ਪਹਿਰਾਵੇ ਪਾ ਕੇ ਇਹ ਕਰਮ ਕਰਦੇ ਆ, ਸਾਹਿਬ ਕਹਿੰਦੇ ਮੈਂ ਇਹਨੂੰ ਧਰਮ ਦਾ ਕਰਮ ਨਹੀਂ ਮੰਨਦਾ। ਸਭ ਫੋਕਟ ਨਿਸ਼ਚੋ ਕਰਮੰ। ਇਹ ਸਾਰੇ ਦੇ ਸਾਰੇ ਕਰਮ ਫੋਕਟ ਨੇ, ਕਿਉਂਕਿ ਇਹ ਨਿਰੰਕਾਰ ਨਾਲ ਨਹੀਂ ਜੋੜਦੇ। ਅਸੀਂ ਇੱਕ ਨਿਰੰਕਾਰ ਦੇ ਨਾਲ ਜੁੜਨ ਵਾਸਤੇ ਇਸ ਸੰਸਾਰ ਦੇ ਵਿੱਚ ਆਏ ਆ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਜੋਗੀਆਂ ਦੀ ਹਾਲਤ ਵੇਖੀ। ਜੋਗੀ ਦਾ ਮਤਲਬ, ਜੋਗੀ ਦਾ ਅਰਥ ਹੁੰਦਾ ਜੁੜਨਾ। ਜੁੜਨਾ ਕਿਵੇਂ ਹੈ? ਸਰੀਰ ਨੇ ਨਹੀਂ, ਜੁੜਨਾ ਹੈ ਸਾਡੇ ਮਨ ਨੇ। ਹੁਣ ਮਨ ਜੁੜਿਆ ਨਹੀਂ, ਅਸੀਂ ਤਨ ਕਰਕੇ ਧਰਮ ਦੇ ਕਰਮ ਕਰੀ ਜਾਂਦੇ ਆ, ਧਰਮ ਦੇ ਚਿੰਨ੍ਹ ਪਾ ਕੇ ਬੈਠੇ ਆ, ਪਰ ਜੁੜਨਾ ਤੇ ਮਨ ਨੇ ਸੀ, ਮਨ ਜੁੜਿਆ ਨਹੀਂ। ਜਿਹੜੇ ਤੁਸੀਂ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਉਹਦੇ ਵਿੱਚ ਇੱਕ ਬਚਨ ਆਪਾਂ ਪੜ੍ਹਦੇ ਹਾਂ, ਮੁੰਦਾ ਸੰਤੋਖ ਸ਼ਰਮ ਪਤ ਝੋਲੀ, ਧਿਆਨ ਕੀ ਕਰੈ ਤੇ ਭੂਤ। ਜੋਗੀਆਂ ਨਾਲ ਜਦੋਂ ਗੋਰਖਨਾਥ ਵਰਗਿਆਂ ਨਾਲ ਮੁਲਾਕਾਤ ਹੋਈ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਜੋਗੀ ਪੁੱਛਦੇ ਨੇ, ਤੁਸੀਂ ਕੌਣ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਜੋਗੀ ਹਾਂ। ਤੇ ਜਿਹੜੇ ਗੋਰਖਨਾਥ ਵਰਗੇ ਜੋਗੀ ਸੀ ਇਹ ਹੱਸ ਪਏ, ਕਹਿਣ ਲੱਗੇ ਤੁਸੀਂ ਕਿੱਥੋਂ ਦੇ ਜੋਗੀ? ਨਾ ਕੰਨਾਂ 'ਚ ਮੁੰਦਰਾਂ, ਨਾ ਤੁਹਾਡੇ ਗਲ ਵਿੱਚ ਕੋਈ ਗੋਧੜੀ, ਨਾ ਤੁਹਾਡੇ ਕੋਈ ਵਿਭੂਤੀ ਮੱਲੀ ਹੋਈ, ਤੁਸੀਂ ਕਿੱਥੋਂ ਦੇ ਜੋਗੀ ਹੋ? ਗੁਰੂ ਨਾਨਕ ਸਾਹਿਬ ਕਹਿੰਦੇ ਫਰਕ ਇਹ ਆ ਵੀ ਤੁਸੀਂ ਤਨ ਦੇ ਜੋਗੀ ਹੋ ਤੇ ਮੈਂ ਮਨ ਦਾ ਜੋਗੀ ਹਾਂ। ਜੋ ਤੁਸੀਂ ਤਨ ਤੇ ਧਾਰਨ ਕੀਤਾ ਉਹ ਮੈਂ ਮਨ ਤੇ ਧਾਰਨ ਕੀਤਾ। ਮੁੰਦਾ ਸੰਤੋਖ, ਮੈਂ ਆਪਣੇ ਸੰਤੋਖ ਦੀਆਂ ਮੁੰਦਰਾਂ ਮਨ ਦੇ ਵਿੱਚ ਪਾਈਆਂ ਨੇ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਜਦੋਂ ਜੋਗੀਆਂ ਦੀ ਗੱਲ ਕੀਤੀ ਨਾ, ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਏ। ਗੁਰੂ ਸਾਹਿਬ ਨੇ ਉਹ ਜੋਗੀਆਂ ਦਾ ਵੀ ਖੰਡਨ ਕੀਤਾ ਕਿ ਅਸੀਂ ਸਿਰਫ ਬਾਹਰ ਦਾ ਪਹਿਰਾਵਾ ਹੀ ਜਿਹੜਾ ਉਹ ਨਾ ਵੇਖੀਏ। ਅਕਸਰ ਕੀ ਹੁੰਦਾ, ਅਸੀਂ ਬਾਹਰ ਦਾ ਪਹਿਰਾਵਾ ਵੇਖ ਕੇ ਹੀ ਬੜੇ ਭਾਵਨਾ ਨਾਲ ਜੁੜ ਜਾਂਦੇ ਹਾਂ, ਪਰ ਪਤਾ ਲੱਗਦਾ ਅੰਦਰੋਂ ਨਿਕਲਿਆ ਕੁਝ ਹੋਰ। ਉਦੋਂ ਫਿਰ ਧਰਮ ਦੀ ਦੁਨੀਆ ਦੇ ਵਿੱਚ, ਧਾਰਮਿਕ ਦੁਨੀਆ ਵਿੱਚ ਬੜੀ ਗਹਿਰੀ ਚੋਟ ਲੱਗਦੀ ਹੈ। ਕਈਆਂ ਦਾ ਤੇ ਧਰਮ ਦੇ ਲੋਕਾਂ ਤੋਂ ਵਿਸ਼ਵਾਸ ਵੀ ਉੱਠ ਜਾਂਦਾ ਹੈ। ਕਿਉਂ ਉੱਠਦਾ ਹੈ? ਕਿਉਂਕਿ ਜਦੋਂ ਇਹੋ ਜਿਹੇ ਪਾਖੰਡੀ, ਇਹੋ ਜਿਹੇ ਕਰਮ ਕਾਂਢੀ ਸਾਡੇ ਜੀਵਨ ਵਿੱਚ ਆਉਂਦੇ ਨੇ, ਤੇ ਜਦੋਂ ਅਸੀਂ ਗੁਰਬਾਣੀ ਨਾਲ ਸਮਝ ਕੇ ਚੱਲਾਂਗੇ, ਫਿਰ ਇਹਨਾਂ ਤੋਂ ਕਦਮ ਕਦਮ ਤੇ ਸਾਡਾ ਬਚਾਅ ਹੁੰਦਾ ਰਹੇ। ਗੁਰੂ ਸਾਹਿਬ ਨੂੰ ਪੁੱਛਿਆ ਵੀ ਜੋਗੀ ਕਹਿੰਦੇ ਕਿਹਨੂੰ ਨੇ? ਜੋਗ ਦਾ ਮਤਲਬ, ਸਾਹਿਬ ਕਹਿੰਦੇ ਜੋਗ ਨਾ ਖਿੰਥਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਈਐ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਵ ਪਾਈਐ। ਜੋਗ ਦੀ ਜੁਗਤੀ, ਜੁਗਤ ਦੇ ਤੱਤੇ ਨੂੰ ਸਿਹਾਰੀ ਜੁਗਤੀ, ਜਿਹੜੀ ਜੋਗ ਦੀ ਜੁਗਤੀ ਹੈ ਉਹ ਇਹ ਹੈ ਕਿ ਅੰਜਨ ਮਾਹੇ ਨਿਰੰਜਨ ਰਹੀਐ। ਸਿਰ ਮੰਡਾਉਣਾ ਕੋਈ ਜੋਗ ਦੀ ਜੁਗਤੀ ਨਹੀਂ, ਗਲ ਵਿੱਚ ਗੋਦੜੀ ਪਾ ਲੈਣੀ ਕੋਈ ਜੋਗ ਦੀ ਜੁਗਤੀ ਨਹੀਂ, ਹੱਥ ਵਿੱਚ ਕਰਮੰਡਲ ਜਾਂ ਡੰਡਾ ਪਕੜ ਲੈਣਾ ਕੋਈ ਜੋਗ ਦੀ ਜੁਗਤੀ ਨਹੀਂ, ਭਸਮ ਤਨ ਉਤੇ ਮਲ ਲੈਣੀ ਕੋਈ ਜੋਗ ਦੀ ਜੁਗਤੀ ਨਹੀਂ। ਕਹਿੰਦੇ ਅੰਜਨ, ਅੰਜਨ ਦਾ ਮਤਲਬ ਹੈ ਵਿਕਾਰ। ਆ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਵਿਕਾਰ ਨੇ, ਇਹਨਾਂ ਵਿੱਚੋਂ ਨਿਰਅੰਜਨ, ਨਿਰ ਪਲੱਸ ਅੰਜਨ, ਇਹ ਦੋ ਸ਼ਬਦਾਂ ਦਾ ਮੇਲ ਹੈ। ਕਹਿੰਦੇ ਅੰਜਨ ਤੋਂ ਨਿਰਅੰਜਨ, ਅਸੀਂ ਉਹਦੇ ਵਿੱਚ ਰਹਿ ਕੇ ਉਹਦੇ ਤੋਂ ਨਿਰਲੇਪ ਹੋਣਾ ਹੈ। ਸੰਸਾਰ ਦੇ ਵਿੱਚ ਰਹਿ ਕੇ ਹੀ ਨਿਰੰਕਾਰ ਦੇ ਨਾਲ ਜੁੜਨਾ ਹੈ। ਇਸ ਲਈ ਕਹਿ ਰਹੇ ਵੀ ਜਿਹੜਾ ਅੰਜਨ ਵਿੱਚ ਨਿਰਅੰਜਨ ਹੋ ਕੇ ਰਹਿੰਦਾ ਹੈ, ਅਸਲ ਵਿੱਚ ਉਹ ਹੈ ਜੋਗੀ ਸਭ ਤੋਂ ਵੱਡਾ। ਕੰਨਾਂ ਵਿੱਚ ਮੁੰਦਰਾਂ ਪਾਉਣ ਨਾਲ ਜੋਗੀ ਨਹੀਂ। ਕਹਿੰਦੇ ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਐ ਸੋਈ। ਗੁਰੂ ਸਾਹਿਬ ਨੇ ਕਿਹਾ ਆ ਜੋਗੀ ਹੈ ਜਿਹੜਾ ਏਕ ਦ੍ਰਿਸ਼ਟ ਕਰ ਸੰਸਰ ਜਾਣੈ। ਤੇ ਜਿਹੜੇ ਆ ਜੋਗੀ ਕੰਨਾਂ 'ਚ ਮੁੰਦਰਾਂ ਪਾਉਣ ਵਾਲੇ, ਇਹ ਤੇ ਗ੍ਰਸਤ ਨੂੰ ਨਿੰਦਦੇ ਨੇ,
ਇਹ ਤੇ ਪਰਿਵਾਰ ਨੂੰ ਨਿੰਦਦੇ ਨੇ, ਇਹ ਤੇ ਗ੍ਰਹਿਸਥ ਤੋਂ ਸੰਸਾਰ ਤੋਂ ਵੱਖਰੇ ਹੋ ਕੇ ਪਹਾੜ ਦੀ ਚੋਟੀ ਤੇ ਜਾ ਕੇ ਆਪਣਾ ਵਾਸ ਕਰਦੇ ਆ, ਪਰ ਮੰਗਣ ਫਿਰ ਗ੍ਰਹਿਸਥੀਆਂ ਦੇ ਦੁਆਰੇ ਆਉਂਦੇ, ਭੰਡਦੇ ਵੀ ਉਹਨਾਂ ਨੂੰ, ਨਿੰਦਦੇ ਵੀ ਉਹਨਾਂ ਨੂੰ। ਉਹਨਾਂ ਦੀ ਦ੍ਰਿਸ਼ਟੀ ਇੱਕ ਨਹੀਂ, ਉਹਨਾਂ ਦੀ ਨਜ਼ਰ ਦੇ ਵਿੱਚ ਫਰਕ ਹੈ। ਪਰ ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਇੱਕ ਨਜ਼ਰ ਵਿੱਚ ਸਾਰਿਆਂ ਨੂੰ ਬਰਾਬਰ ਕਰਕੇ ਵੇਖਣਾ ਹੈ, ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ। ਅਸਲ ਵਿੱਚ ਸਾਹਿਬ ਕਹਿੰਦੇ ਜੋਗੀ ਕਹੀ ਐ ਸੋਈ। ਹੋਰ ਵਿਚਾਰ ਦੇਖੀਏ ਗੁਰੂ ਸਾਹਿਬ ਨੇ ਕਿਹਨਾਂ ਕਿਹਨਾਂ ਦਾ ਖੰਡਨ ਕੀਤਾ। ਜਦੋਂ ਜੈਨੀਆਂ ਦੀ ਗੱਲ ਚੱਲੀ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਜੈਨੀਆਂ ਦੀ ਵੀ ਗੱਲ, ਪੰਡਤ ਦੀ ਵੀ ਗੱਲ ਕੀਤੀ, ਬ੍ਰਾਹਮਣ ਦੀ ਵੀ ਗੱਲ ਕੀਤੀ, ਕਾਜੀ ਦੀ ਵੀ ਗੱਲ ਕੀਤੀ, ਜੋਗੀਆਂ ਦੀ ਵੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ, ਫਿਰ ਜੈਨੀਆਂ ਦੀ ਗੱਲ ਵੀ ਗੁਰੂ ਸਾਹਿਬ ਜੀ ਕਰਦੇ ਨੇ। ਸਾਹਿਬ ਕਹਿੰਦੇ ਜੈਨੀਆਂ ਦੀ ਅਵਸਥਾ ਕੀ ਹੈ? ਉਹਨਾਂ ਦੀ ਅਵਸਥਾ ਇਹ ਹੈ ਕਿ ਉਹ ਆਪਣੇ ਮਨ ਦੇ ਵਿੱਚ ਬੜਾ ਵੱਡਾ ਇੱਕ ਡਰ ਰੱਖਦੇ ਨੇ, ਜਾਂ ਕਹਿ ਲਓ ਕਿ ਉਹ ਅਹਿੰਸਾ ਦੇ ਪੁਜਾਰੀ, ਨਹਾਉਣ ਤੋਂ ਵੀ ਡਰਦੇ ਨੇ। ਜਿਹੜੇ ਪਾਣੀ ਦੇ ਵਿਚਲੇ ਜੀਵ ਨੇ ਉਹਨਾਂ ਦੀ ਹੱਤਿਆ ਨਾ ਹੋ ਜਾਵੇ, ਉਹ ਪਾਣੀ ਦੀ ਵਰਤੋਂ ਵੀ ਘੱਟ ਕਰਦੇ ਆ। ਉਹ ਆਪਣੇ ਮੂੰਹ ਦੇ ਅੱਗੇ ਹਰ ਵੇਲੇ ਕੱਪੜਾ ਜਿਹੜਾ ਉਹ ਬੰਨ੍ਹ ਕੇ ਰੱਖਦੇ ਆ। ਪਰ ਧਿਆਨ ਰੱਖਿਓ, ਅੱਜ ਕੁਦਰਤ ਨੇ ਐਸੀ ਖੇਡ ਵਰਤਾਤੀ ਕਿ ਅੱਜ ਤੇ ਸਾਰੀ ਦੁਨੀਆ ਦੇ ਹੀ ਮੂੰਹ ਦੇ ਉੱਤੇ ਕੱਪੜਾ ਆ ਗਿਆ, ਸਾਰੀ ਦੁਨੀਆ ਦੇ ਹੀ ਮੂੰਹ ਬੰਦ ਹੋ ਗਏ। ਪਰ ਉਹ ਇੱਕ ਬਿਮਾਰੀ ਕੱਪੜਾ ਜਿਹੜਾ ਹੈ ਉਹ ਕੱਪੜੇ ਨਾਲ ਆਪਣੇ ਮੁਖ ਨੂੰ ਢੱਕ ਕੇ ਰੱਖਦੇ। ਹਰ ਵੇਲੇ ਸੂਤ ਦਾ ਝਾੜੂ ਆਪਣੇ ਨਾਲ ਰੱਖਣਾ, ਜਿੱਥੇ ਬੈਠਣਾ ਜ਼ਮੀਨ ਨੂੰ ਸਾਫ਼ ਕਰਕੇ ਬੈਠਣਾ। ਖੈਰ ਉਹਦੇ ਪਰਥਾਏ ਗੁਰੂ ਸਾਹਿਬ ਨੇ ਜਿਹੜਾ ਬਚਨ ਉਚਾਰਿਆ, ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਸਿਰਫ ਇੱਥੇ ਤੱਕ ਹੀ ਸੀਮਤ ਨਹੀਂ ਰਹਿ ਜਾਣਾ ਕਿ ਸਿਰ ਖੁਆਏ ਪੀਹੈ ਮਲਵਾਣੀ, ਝੂਠਾ ਮੰਗ ਮੰਗ ਖਾਈ, ਫੋਲ ਫਦੀਹਤ ਲੈਣ ਪੜਾਸਾ ਪਾਣੀ। ਪੀਓ ਕਿਰਤ ਗਵਾਇਨ ਟੱਬਰ ਰੋਵਣ ਤਾਹੀ। ਸਾਹਿਬ ਨੇ ਕਿਹਾ ਨਹੀਂ, ਆ ਜਿਹੜਾ ਜੈਨ ਮਤ ਹੈ ਇਹਦੇ ਨਾਲ ਵੀ ਨਿਰੰਕਾਰ ਨਾਲ ਜੁੜਿਆ ਹੋਇਆ ਜਿਹੜਾ ਉਹ ਜੀਵ ਨਜ਼ਰ ਨਹੀਂ ਆਉਂਦਾ। ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਜਦੋਂ ਯਾਤਰਾਵਾਂ ਕੀਤੀਆਂ, ਜਿਹਨੂੰ ਆਪਾਂ ਉਦਾਸੀ ਵੀ ਕਹਿੰਦੇ ਆ ਜਾਂ ਪ੍ਰਚਾਰਕ ਦੌਰਾ ਵੀ ਜਿਹੜਾ ਉਹ ਕਹਿੰਦੇ ਆ, ਤੇ ਗੁਰੂ ਨਾਨਕ ਸਾਹਿਬ ਜੀ ਜਦੋਂ ਆਰੰਭਦੇ ਨੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਲਾਲੋ ਦੇ ਘਰ ਵਿੱਚ ਜਾਂਦੇ, ਤੇ ਭਾਈ ਲਾਲੋ ਦੇ ਘਰ ਵਿੱਚ ਜਾ ਕੇ ਇਹ ਦਰਸਾਉਂਦੇ ਨੇ ਕਿ ਤੁਸੀਂ ਜਿਹੜਾ ਇਹ ਨਫ਼ਰਤ ਪਾਲ ਕੇ ਬੈਠੇ ਹੋ ਨਾ, ਵੀ ਇਹ ਉੱਚਾ ਹੈ, ਇਹ ਨੀਵਾਂ ਹੈ, ਇਹ ਅਮੀਰ ਹੈ, ਇਹ ਗਰੀਬ ਹੈ, ਇਹ ਵੱਡਾ ਹੈ, ਇਹ ਛੋਟਾ ਹੈ। ਸਤਿਗੁਰੂ ਜੀ ਨੇ ਉਹਦੇ ਘਰ ਵਿੱਚ ਜਾ ਕੇ ਤੇ ਇਹ ਊਚ ਨੀਚਤਾ ਵਾਲਾ ਫਰਕ ਜਿਹੜਾ ਸੀ ਉਹ ਗੁਰੂ ਨਾਨਕ ਸਾਹਿਬ ਨੇ ਮਿਟਾਇਆ। ਔਰ ਭਾਈ ਲਾਲੋ ਨੂੰ ਕਿੰਨਾ ਮਾਣ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਵੀ ਭਾਈ ਲਾਲੋ ਜੀ ਦਾ ਨਾਮ ਜਿਹੜਾ ਉਹ ਆਉਂਦਾ ਹੈ। ਇੱਕ ਬਚਨ ਗੁਰੂ ਸਾਹਿਬ ਜੀ ਨੇ ਉਚਾਰਨ ਕੀਤਾ ਜਦੋਂ ਗੁਰੂ ਸਾਹਿਬ ਜੀ ਅਹਿਮਨਾਬਾਦ ਵਿੱਚ ਜਾਂਦੇ ਨੇ, ਜਿਹੜਾ ਤਲਵੰਡੀ ਤੋਂ ਕਰੀਬ 50 ਕੁ ਮੀਲ ਦੀ ਵਿੱਥ ਤੇ ਅਹਿਮਨਾਬਾਦ ਹੈ। ਕਹਿੰਦੇ ਜਦੋਂ ਸਤਿਗੁਰੂ ਜੀ ਇੱਥੇ ਜਾਂਦੇ ਆ, ਇੱਥੇ ਜਾ ਕੇ ਊਚ ਨੀਚਤਾ ਨੂੰ ਖਤਮ ਕਰਨ ਵਾਸਤੇ ਇੱਕ ਬਚਨ ਵੀ ਗੁਰੂ ਨਾਨਕ ਸਾਹਿਬ ਜੀ ਦਾ ਆਉਂਦਾ ਹੈ, ਜਿਹਦੇ ਅੰਦਰ ਗੁਰੂ ਸਾਹਿਬ ਨੇ ਆਖਿਆ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼। ਨੀਚ ਦਾ ਅਰਥ ਕਿ ਜਿਹੜੇ ਨੀਵੇਂ ਕਰਮ ਕਰਨ ਵਾਲੇ। ਅਸੀਂ ਇੱਕ ਬ੍ਰਾਹਮਣ ਨੇ 4 ਹਿੱਸਿਆਂ 'ਚ ਵੰਡ ਦਿੱਤਾ, ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਪਰ ਗੁਰਬਾਣੀ ਨੇ ਖੰਡਨ ਕਰਕੇ ਆਖਿਆ ਨਹੀਂ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚਾਹੋਂ ਵਰਨਾ ਕੋ ਸਾਂਝਾ। ਗੁਰਬਾਣੀ ਵਿੱਚ ਚਾਰਾਂ ਨੂੰ ਸਾਂਝਾ ਉਪਦੇਸ਼ ਦੇ ਕੇ ਇੱਕ ਕੀਤਾ ਗਿਆ, ਪਰ ਸਮੇਂ ਦੇ ਧਾਰਮਿਕ ਲੋਕਾਂ ਨੇ 4 ਹਿੱਸਿਆਂ ਵਿੱਚ ਵੰਡ ਕੇ ਕਿਸੇ ਨੂੰ ਉੱਚਾ ਤੇ ਕਿਸੇ ਨੂੰ ਨੀਵਾਂ ਕਹਿ ਦਿੱਤਾ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਭਾਈ ਲਾਲੋ ਜੀ ਦੇ ਘਰ ਜਾ ਕੇ ਮਲਕ ਭਾਗੋ ਵਰਗੇ ਧਨਾੜ ਨੂੰ ਉਪਦੇਸ਼ ਦੇ ਦਿੱਤਾ ਕਿ ਮਲਕ ਭਾਗੋ, ਤੂੰ ਆਪਣੇ ਆਪ ਨੂੰ ਉੱਚਾ ਸਮਝਦਾ ਹੈ, ਵੱਡਾ ਸਮਝਦਾ ਹੈ। ਭਾਈ ਲਾਲੋ ਦੇ ਘਰ ਦੇ ਕੋਲੋਂ ਵੀ ਲੰਘਣ ਤੋਂ ਲੋਕ ਡਰਦੇ ਆ, ਪਰ ਅੱਜ ਗੁਰੂ ਨਾਨਕ ਸਾਹਿਬ ਨੇ ਇੰਨੀ ਕਿਰਪਾ ਕਰ ਦਿੱਤੀ ਕਿ ਉਹਦੇ ਘਰ ਦਾ ਸੁੱਕਾ ਮਿੱਸਾ ਪ੍ਰਸ਼ਾਦਾ ਵੀ ਛਕਿਆ। ਕਿਉਂ? ਕਿਉਂਕਿ ਉਹ ਮਿਹਨਤ ਦੀ ਕਮਾਈ ਕਰਨ ਵਾਲਾ ਸੀ। ਤੇ ਜਿਹੜਾ ਇਹ ਮਲਕ ਭਾਗੋ ਹੈ, ਇਹ ਦੂਜਿਆਂ ਦੇ ਹੱਕ ਖੋਹ ਕੇ ਖਾਣ ਵਾਲਾ,
ਗਰੀਬ ਮਾਰ ਕਰਨ ਵਾਲਾ, ਗਰੀਬਾਂ ਦਾ ਖੂਨ ਨਿਚੋੜਨ ਵਾਲਾ। ਤੇ ਸਾਹਿਬ ਨੇ ਕਿਹਾ ਸੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਇਸ ਲਈ ਧੰਨ ਗੁਰੂ ਨਾਨਕ ਸਾਹਿਬ ਜੀ ਵੱਖ-ਵੱਖ ਥਾਵਾਂ ਦੇ ਉੱਤੇ ਹੋ ਰਹੇ ਕਰਮ ਕਾਂਡਾਂ ਨੂੰ ਰੋਕਣ ਵਾਸਤੇ, ਵਰਜਣ ਵਾਸਤੇ ਸਤਿਗੁਰੂ ਜੀ ਹਰਿਦੁਆਰ ਵਿੱਚ ਆਏ। ਹਰਿਦੁਆਰ ਆ ਕੇ ਵੀ ਸਤਿਗੁਰੂ ਜੀ ਨੇ, ਜਿੱਥੇ ਵਿਸਾਖੀ ਵਾਲੇ ਦਿਨ ਬੜਾ ਭਾਰੀ ਮੇਲਾ ਲੱਗਦਾ ਸੀ, ਇੱਥੇ ਸਤਿਗੁਰੂ ਮਹਾਰਾਜ ਜੀ ਨੇ ਆ ਕੇ ਕਹਿਣ ਲੱਗੇ, ਜੋ ਵੀ ਇੱਥੇ ਕਰਮ ਕਾਂਡ ਜਿਹੜੇ ਕੀਤੇ ਜਾਂਦੇ ਸਨ ਉਹਨਾਂ ਨੂੰ ਰੋਕਣ ਦਾ ਯਤਨ ਕੀਤਾ। ਹਰਿਦੁਆਰ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਆਏ, ਵਿਸ਼ੇ ਵਿੱਚ ਰਹਿ ਕੇ ਚੱਲਣਾ, ਕਿਉਂਕਿ ਕਰਮ ਕਾਂਡ ਜਿਹੜੇ ਨੇ ਗੁਰੂ ਸਾਹਿਬ ਜੀ ਨੇ ਜਿਨ੍ਹਾਂ ਨੂੰ ਸਿੱਧੇ ਰਾਹ ਪਾਉਣ ਦਾ ਯਤਨ ਕੀਤਾ, ਵੀ ਆਹ ਕਰਮ ਪਿਛਲੇ ਦਿਨੀ ਦਾਸ ਨੇ ਲਾਈਵ ਦੇ ਵਿੱਚ ਕਥਾ ਕਰਦੇ ਆ ਇੱਕ ਜ਼ਿਕਰ ਕੀਤਾ ਸੀ। ਗੁਰੂ ਸਾਹਿਬ ਕਹਿੰਦੇ ਤੁਸੀਂ ਧਰਮ ਦੇ ਕਰਮ ਕਰੋ, ਪਰ ਤੁਹਾਡਾ ਤਰੀਕਾ ਗਲਤ ਹੈ। ਸਾਹਿਬ ਕਹਿੰਦੇ ਮੈਂ ਤੁਹਾਨੂੰ ਧਰਮ ਦੇ ਕਰਮ ਤੋਂ ਰੋਕਣ ਨਹੀਂ ਆਇਆ, ਤੁਹਾਡਾ ਤਰੀਕਾ ਗਲਤ ਹੈ, ਤੁਸੀਂ ਆਪਣਾ ਤਰੀਕਾ ਸਹੀ ਕਰ ਲਓ। ਕਰਮ ਜ਼ਰੂਰ ਕਰੋ, ਪਰ ਤਰੀਕੇ ਗਲਤ ਨਾ ਹੋਣ ਨਾਲ ਤੁਹਾਡੇ ਇਹ ਫੋਕਟ ਕਰਮ ਨੇ, ਕਰਮ ਕਾਂਡ ਨੇ, ਪਖੰਡ ਨੇ। ਤੁਸੀਂ ਆਪਣਾ ਤਰੀਕਾ ਸਹੀ ਕਰ ਲਓ, ਇਹੀ ਤੁਹਾਡੇ ਕਰਮ ਚੰਗੇ ਹੋ ਜਾਣਗੇ। ਇਸ ਲਈ ਗੁਰੂ ਸਾਹਿਬ ਜੀ ਜਦੋਂ ਇੱਥੇ ਆਉਂਦੇ ਆ ਤੇ ਲੋਕ ਸੂਰਜ ਦੇਵਤਾ ਨੂੰ ਪੂਜਦੇ ਨੇ, ਉਹਨੂੰ ਪਾਣੀ ਦਿੰਦੇ ਨੇ। ਉਹ ਕਿਉਂ ਤੋਂ ਦਿੰਦੇ ਨੇ? ਕਿਉਂਕਿ ਉਹਨਾਂ ਦੀ ਮਨੋਤ ਹੈ। ਉੱਥੋਂ ਦੇ ਲੋਕ ਜਿਹੜੇ ਉਹ ਮੰਨਦੇ ਨੇ ਕਿ ਸਾਡੇ ਜਿਹੜੇ ਪਿੱਤਰ ਲੋਕ ਨੇ, ਪਿੱਤਰ ਦਾ ਅਰਥ ਹੈ ਜਿਹੜੇ ਸਰੀਰ ਛੱਡ ਕੇ ਜਾ ਚੁੱਕੇ ਨੇ, ਜਿਹੜੇ ਸਾਡੇ ਵੱਡੇ ਵਡੇਰੇ ਨੇ। ਹੁਣ ਜਦੋਂ ਅਸੀਂ ਸੂਰਜ ਵੱਲ ਨੂੰ ਮੂੰਹ ਕਰਕੇ ਪਾਣੀ ਦੇਵਾਂਗੇ ਤੇ ਸਾਡਾ ਪਾਣੀ ਦਿੱਤਾ ਹੋਇਆ ਜਿਹੜਾ ਹੈ ਉਹ ਸਾਡੇ ਪਿੱਤਰਾਂ ਤੱਕ ਪਹੁੰਚ ਜਾਏਗਾ। ਗੁਰੂ ਨਾਨਕ ਸਾਹਿਬ ਜੀ ਨੇ ਵੇਖਿਆ ਵੀ ਇਹ ਲੋਕ ਤਾਂ ਅਗਿਆਨਤਾ ਦੇ ਵਸ ਪਏ ਨੇ, ਇਹਨਾਂ ਨੂੰ ਸਮਝ ਹੀ ਨਹੀਂ, ਇਹਨਾਂ ਨੂੰ ਸੋਝ ਹੀ ਨਹੀਂ, ਇਹਨਾਂ ਨੂੰ ਗਿਆਨ ਹੀ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇਖੋ ਇੱਕ ਹੋਰ ਕਮਾਲ ਦੀ ਗੱਲ, ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾ ਕਿਸੇ ਨੂੰ ਇਹ ਨਹੀਂ ਕਿਹਾ ਵੀ ਤੂੰ ਇਹ ਕਿਉਂ ਕਰ ਰਿਹਾ। ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਤਰੀਕੇ ਨਾਲ ਇਸ ਤਰ੍ਹਾਂ ਸਮਝਾਇਆ ਕਿ ਸਾਹਮਣੇ ਵਾਲਾ ਸਵਾਲ ਕਰਕੇ ਉਹਦੇ ਵਿੱਚੋਂ ਜਵਾਬ ਆਪੇ ਹੀ ਲੈ ਲਏ। ਕਈ ਵਾਰ ਅਸੀਂ ਕਿਸੇ ਨੂੰ ਕਰਮਕਾਂਡ ਕਰਨ ਤੋਂ ਰੋਕਦੇ ਹਾਂ ਨਾ, ਤੇ ਜੇ ਉਹਨੂੰ ਸਮਝ ਨਹੀਂ ਹੋਏਗੀ ਉਹ ਉਲਟਾ ਸਾਡੇ ਗਲ ਪੈ ਜਾਏਗਾ। ਉਹ ਕਹੇਗਾ ਵੀ ਤੈਨੂੰ ਗਿਆਨ ਜ਼ਿਆਦਾ ਹੈ। ਅੱਜ ਵੀ ਤੁਸੀਂ ਕਿਸੇ ਨੂੰ ਆਪਣੇ ਪਿੰਡ, ਆਪਣੇ ਨਗਰ, ਕਿਸੇ ਆਪਣੇ ਮਹੱਲੇ ਵਿੱਚ ਕਿਸੇ ਨੂੰ ਕਰਮ ਕਾਂਡ ਕਰਨ ਵਾਲੇ ਨੂੰ ਰੋਕੋ, ਉਹ ਉਲਟਾ ਤੁਹਾਡੇ ਗਲ ਪੈ ਜਾਏਗਾ। ਗੁਰੂ ਨਾਨਕ ਸਾਹਿਬ ਜੀ ਨੇ ਸੂਰਜ ਤੋਂ ਪਾਣੀ ਦੇਣ ਤੋਂ ਰੋਕਣ ਦਾ ਤਰੀਕਾ ਕੀ ਵਰਤਿਆ? ਸਤਿਗੁਰੂ ਜੀ ਨੇ ਪਾਣੀ ਜਿਹੜਾ ਉਹਨਾਂ ਦੇ ਉਲਟ ਵਾਲੇ ਪਾਸੇ ਤਲਵੰਡੀ ਵੱਲ ਨੂੰ ਮੂੰਹ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ, ਜਿਹੜਾ ਕਰੀਬਨ ਕਹਿ ਲਓ ਕਿ 300-400 ਮੀਲ ਦੀ ਦੂਰੀ ਤੇ ਹੈ। ਸਤਿਗੁਰੂ ਨੇ ਜਦੋਂ ਪਾਣੀ ਦੇਣਾ ਸ਼ੁਰੂ ਕੀਤਾ, ਉਹ ਲੋਕ ਹੈਰਾਨ ਹੋ ਗਏ ਵੀ ਅਸੀਂ ਸੂਰਜ ਨੂੰ ਪਾਣੀ ਦੇ ਰਹੇ ਹਾਂ, ਇਹ ਸੂਰਜ ਵੱਲ ਨੂੰ ਪਿੱਠ ਕਰਕੇ ਪਾਣੀ ਦੇ ਰਹੇ ਹਾਂ। ਹੁਣ ਦੇਖੋ, ਗੁਰੂ ਨਾਨਕ ਸਾਹਿਬ ਜੀ ਨੇ ਸਵਾਲ ਉਹਨਾਂ ਨੂੰ ਕਰਨਾ ਸੀ ਵੀ ਤੁਸੀਂ ਸੂਰਜ ਨੂੰ ਪਾਣੀ ਕਿਉਂ ਦੇ ਰਹੇ ਹੋ, ਪਰ ਉਲਟਾ ਉਹਨਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸਵਾਲ ਕਰ ਦਿੱਤਾ। ਸਮਝਾਉਣ ਦਾ ਤਰੀਕਾ ਗੁਰੂ ਨਾਨਕ ਸਾਹਿਬ ਜੀ ਦਾ, ਕਹਿੰਦੇ ਜਦੋਂ ਉਲਟ ਵਾਲੇ ਪਾਸੇ ਪਾਣੀ ਦੇਣਾ ਲੋਕਾਂ ਨੇ ਵੇਖਿਆ ਤੇ ਸਾਰੇ ਲੋਕ ਇਕੱਠੇ ਹੋ ਗਏ, ਭੀੜ ਇਕੱਠੀ ਹੋ ਗਈ। ਉਹ ਕਹਿੰਦੇ ਤੁਸੀਂ ਇਹ ਪਾਣੀ ਉਲਟ ਵਾਲੇ ਪਾਸੇ ਭਾਵ ਸੂਰਜ ਵੱਲ ਪਿੱਠ ਕਰਕੇ ਪਾਣੀ ਕਿਉਂ ਦੇ ਰਹੇ ਹੋ? ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਮੈਂ ਆਪਣੇ ਖੇਤਾਂ ਨੂੰ ਜਿਹੜਾ ਉਹ ਪਾਣੀ ਦੇ ਰਿਹਾ। ਉਹ ਕਹਿਣ ਲੱਗੇ ਤੁਹਾਡੇ ਖੇਤ ਕਿੱਥੇ ਨੇ? ਕਹਿੰਦੇ ਇੱਥੋਂ 300-400 ਮੀਲ ਦੀ ਦੂਰੀ ਤੇ ਤਲਵੰਡੀ, ਉੱਥੇ ਮੈਂ ਜਿਹੜਾ ਇਹ ਪਾਣੀ ਦੇ ਰਿਹਾ। ਉਹ ਲੋਕ ਕਹਿਣ ਲੱਗੇ ਵੀ ਇਹ ਕਿਵੇਂ ਹੋ ਸਕਦਾ ਹੈ? ਇੰਨੀ ਦੂਰ ਤੁਹਾਡਾ ਇਹ ਪਾਣੀ ਡੋਲਿਆ ਹੋਇਆ, ਇੰਨੀ ਦੂਰ ਕਿਵੇਂ ਪਹੁੰਚ ਸਕਦਾ ਹੈ? ਤੇ ਗੁਰੂ ਨਾਨਕ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ, ਕਮਲਿਓ ਭੋਲਿਓ, ਜੇ ਮੇਰਾ ਪਾਣੀ ਇੱਥੇ ਇੰਨੀ ਦੂਰੀ ਤੱਕ ਨਹੀਂ ਜਾ ਸਕਦਾ ਤੇ ਤੁਹਾਡਾ ਪਾਣੀ ਸੂਰਜ ਤੱਕ ਕਿਵੇਂ ਪਹੁੰਚ ਜਾਏਗਾ? ਤੁਹਾਡਾ ਪਾਣੀ ਜਿਹੜੇ ਤੁਹਾਡੇ ਪਿੱਤਰ ਲੋਕ ਨੇ ਉਹਨਾਂ ਤੱਕ ਕਿਵੇਂ ਪਹੁੰਚ ਜਾਏਗਾ? ਇਹ ਤੁਸੀਂ ਬੇਅਰਥ ਕੰਮ ਕਰ ਰਹੇ ਹੋ, ਆਪਣਾ ਸਮਾਂ ਜ਼ਿੰਦਗੀ ਦਾ ਗਵਾ ਰਹੇ ਹੋ। ਇਸ ਤਰ੍ਹਾਂ ਤੁਹਾਡੀ ਜ਼ਿੰਦਗੀ ਦਾ ਸਮਾਂ ਇਹ ਸਫਲ ਨਹੀਂ ਹੋਣਾ, ਤੁਸੀਂ ਆਪਣਾ ਸਮਾਂ ਬੇਅਰਥ ਗਵਾ ਰਹੇ ਹੋ। ਜੇ ਮੇਰਾ ਡੋਲਿਆ ਪਾਣੀ ਖੇਤਾਂ ਤੱਕ ਨਹੀਂ ਪਹੁੰਚ ਸਕਦਾ, ਤੁਹਾਡਾ ਪਿੱਤਰਾਂ ਤੱਕ ਕਿਵੇਂ ਪਹੁੰਚ ਜਾਏਗਾ? ਔਰ ਕਿਨੇ ਦੇਖੇ ਨੇ ਉਹ ਪਿੱਤਰ, ਕਿੱਥੇ ਨੇ, ਕੌਣ ਨੇ, ਕਿਵੇਂ ਨੇ? ਸਤਿਗੁਰੂ ਜੀ ਨੇ ਹਰਿਦੁਆਰ ਵਿੱਚ ਜਾ ਕੇ ਇਹ ਜਿਹੜਾ ਕਰਮ ਕਾਂਡ ਕਰਨ ਤੋਂ ਲੋਕਾਂ ਨੂੰ ਰੋਕਿਆ, ਔਰ ਉਹਨਾਂ ਨੂੰ ਸਮਝ ਵੀ ਆ ਗਈ। ਉਹਨਾਂ ਨੇ ਆਖਿਆ ਵੀ ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ, ਜਾਂ
ਐਸਾ ਗੁਰੂ ਜਿਹੜਾ ਸਾਨੂੰ ਭੁੱਲਿਆਂ ਨੂੰ ਸਿੱਧੇ ਮਾਰਗ ਤੇ ਪਾਉਂਦਾ ਹੈ। ਗੁਰੂ ਦਾ ਵੈਸੇ ਅਰਥ ਹੀ ਇਹ ਹੁੰਦਾ ਹੈ ਜਿਹੜਾ ਸਾਨੂੰ ਹਨੇਰੇ ਵਿੱਚੋਂ ਕੱਢ ਲਵੇ। ਤੇ ਆਪ ਜੀ ਰੋਜ਼ ਬਾਣੀ ਪੜ੍ਹਦੇ ਸੁਣਦੇ ਹੋ, ਜਿਹੜਾ ਗੁਰੂ ਨੇ ਚਾਨਣ ਦੇਣਾ ਨਾ, ਗਿਆਨ ਦਾ ਪ੍ਰਕਾਸ਼, ਉਹ ਸੂਰਜ ਵੀ ਨਹੀਂ ਦੇ ਸਕਦਾ। ਜੇ 100 ਚੰਦਾ ਉਗਵਹਿ ਸੂਰਜ ਚੜ੍ਹੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਤਿਗੁਰੂ ਜੀ ਨੇ ਹਰਿਦੁਆਰ ਦੇ ਵਿੱਚ ਹੀ ਇੱਕ ਵੈਸ਼ਨਵ ਸਾਧੂ ਹੈ, ਉਹਨੇ ਵੀ ਜੋ ਵਿਖਾਵੇ ਦੇ ਲੋਕ ਜਿਹੜੇ ਨੇ ਵਿਖਾਵਾ ਕਰਕੇ ਧਰਮ ਦੀ ਆੜ ਵਿੱਚ ਲੋਕਾਂ ਨੂੰ ਆਪਣੇ ਮਗਰ ਲਾਇਆ, ਸਤਿਗੁਰੂ ਜੀ ਨੇ ਉਹਦਾ ਵੀ ਜਿਹੜਾ ਉਹ ਭਾਂਡਾ ਫੋੜ ਕੇ ਦੁਨੀਆ ਨੂੰ ਸਮਝਾਇਆ ਕਿ ਆਹ ਸੱਚ ਹੈ ਤੇ ਆਹ ਝੂਠ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਵੱਖਰੇ ਵੱਖਰੇ ਇਲਾਕਿਆਂ ਦੇ ਵਿੱਚ ਹੁੰਦੇ ਨੇ। ਸਤਿਗੁਰੂ ਕੁਰੂਕਸ਼ੇਤਰ ਵੀ ਜਾਂਦੇ ਨੇ, ਤੇ ਕੁਰੂਕਸ਼ੇਤਰ ਵੀ ਜਿਹੜੇ ਆ ਉਹ ਲੋਕ ਸੂਰਜ ਦੇਵਤਾ ਨੂੰ ਮੰਨਣ ਵਾਲੇ ਨੇ। ਉੱਥੋਂ ਦੇ ਵੀ ਲੋਕ ਜਿਹੜੇ ਆ ਇਸੇ ਹੀ ਸ਼ਾਸਤਰਾਂ ਦੇ ਮੁਤਾਬਕ ਆਪਣੇ ਮਰਿਆਦਾ ਅਨੁਸਾਰ ਫੋਕਟ ਕਰਮ ਕਰਨ ਵਿੱਚ ਲੱਗੇ ਨੇ। ਉਹ ਜੇ ਹਰਿਦੁਆਰ ਗਏ ਤਾਂ ਸੂਰਜ ਨੂੰ ਪਾਣੀ ਦੇ ਰਹੇ ਸੀ, ਜੇ ਕੁਰੂਕਸ਼ੇਤਰ ਆਏ ਤਾਂ ਇੱਥੇ ਸੂਰਜ ਨੂੰ ਗ੍ਰਹਿਣ ਜਿਹੜਾ ਲੱਗਾ ਹੋਇਆ, ਲੋਕ ਉੱਥੇ ਆ ਕੇ ਕਹਿੰਦੇ ਨੇ ਵੀ ਅਸੀਂ ਆਪਣਾ ਇਹ ਸੂਰਜ ਗ੍ਰਹਿਣ ਤੋਂ ਬਚਣ ਵਾਸਤੇ ਆਏ ਆ, ਇਹਦੀ ਕਰੋਪੀ ਤੋਂ ਬਚਣ ਵਾਸਤੇ ਆਏ ਆ। ਇੱਥੇ ਹੁਣ ਥੋੜਾ ਵਿਗਿਆਨ ਚਾਹੀਦਾ ਹੈ। ਵਿਗਿਆਨਕ ਤਲ ਤੇ ਅਗਰ ਅਸੀਂ ਸਮਝਾਂਗੇ ਤੇ ਸੂਰਜ ਨੂੰ ਗ੍ਰਹਿਣ ਲੱਗਦਾ ਹੀ ਨਹੀਂ। ਉਹ ਤਾਂ ਇੱਕ ਗ੍ਰਹਿ ਹੈ, ਜਦੋਂ ਇੱਕ ਦੂਜੇ ਦੇ ਸਾਹਮਣੇ ਆ ਜਾਂਦੇ ਨੇ ਤੇ ਉਹ ਹਨੇਰ ਪੱਖ ਜਿਹੜਾ ਉਹ ਆ ਜਾਂਦਾ ਹੈ। ਜਿਹੜੇ ਵਿਗਿਆਨ ਨੂੰ ਸਮਝਦੇ ਨੇ ਉਹਨਾਂ ਨੂੰ ਇਹ ਗੱਲ ਸਮਝ ਆਏਗੀ ਕਿ ਅਸਲ ਵਿੱਚ ਗ੍ਰਹਿ ਜਿਹੜੇ ਨੇ, ਉਹਨਾਂ ਗ੍ਰਹਿਆਂ ਦਾ ਸੂਰਜ ਦੇ ਸਨਮੁਖ ਆ ਜਾਣਾ। ਤੇ ਇਹ ਸੋਚ ਇਹਨਾਂ ਬ੍ਰਾਹਮਣ ਨੇ ਕੀ ਕੀਤਾ, ਉਹਨਾਂ ਲੋਕਾਂ ਨੂੰ ਡਰਾ ਦਿੱਤਾ ਵੀ ਇਹ ਤਾਂ ਸੂਰਜ ਨੂੰ ਗ੍ਰਹਿਣ ਲੱਗ ਗਿਆ, ਇਹ ਤੇ ਬੜੀ ਕਰੋਪੀ ਹੋ ਗਈ ਹੈ। ਇਸ ਲਈ ਜੇ ਤੁਸੀਂ ਇਹਦੇ ਤੋਂ ਬਚਣਾ ਚਾਹੁੰਦੇ ਹੋ ਤੇ ਜੋ ਮੈਂ ਕਹਿੰਦਾ ਉਹ ਦਾਨ ਕਰੋ, ਉਸੇ ਤਰ੍ਹਾਂ ਪੁੰਨ ਕਰੋ, ਉਸੇ ਤਰ੍ਹਾਂ ਇਸ਼ਨਾਨ ਕਰੋ। ਉਹਨਾਂ ਲੋਕਾਂ ਨੂੰ ਅੰਧ ਵਿਸ਼ਵਾਸ ਪਾ ਕੇ ਤੇ ਸੂਰਜ ਗ੍ਰਹਿਣ ਦੇ ਨਾਮ ਤੇ ਲੁੱਟਣਾ ਸ਼ੁਰੂ ਕਰ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਜਗਨਨਾਥਪੁਰੀ ਵਿੱਚ ਗਏ, ਵੱਖ-ਵੱਖ ਸ਼ਹਿਰਾਂ ਦੇ ਵਿੱਚ, ਇਲਾਕਿਆਂ ਵਿੱਚ ਗਏ। ਉੱਥੇ ਵੀ ਜਦੋਂ ਜਗਨਨਾਥਪੁਰੀ ਵਿੱਚ ਗੁਰੂ ਨਾਨਕ ਸਾਹਿਬ ਪਹੁੰਚੇ ਨੇ, ਉੱਥੇ ਆਰਤੀ ਜਿਹੜੀ ਹੈ ਉਹ ਹੋ ਰਹੀ ਹੈ। ਸਾਡਾ ਇੱਕ ਦੁਖਾਂਤ ਹੈ ਅੱਜ ਕਿ ਜੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਆਰਤੀ ਦਾ ਸ਼ਬਦ ਜਿਹੜਾ ਉਚਾਰਨ ਕਰਕੇ ਦਿੱਤਾ, ਸ਼ਬਦ ਤੇ ਅਸੀਂ ਪੜ੍ਹ ਰਹੇ ਹਾਂ, ਪਰ ਉਹ ਜਿਹੜੀ ਦੀਵਿਆਂ ਵਾਲੀ ਥਾਲੀ ਹੈ ਉਹ ਸਾਡੇ ਕੋਲੋਂ ਛੁੱਟੀ ਕੋਈ ਨਹੀਂ। ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵੀ ਉਹ ਥਾਲੀ ਲੈ ਕੇ ਉਹੀ ਦੀਵੇ ਜਿਹੜੇ ਆ ਉਹ ਰੱਖ ਕੇ ਤੇ ਪੜ੍ਹ ਰਹੇ ਹਾਂ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ, ਮੰਡਲ ਜਨਕ ਮੋਤੀ ਧੂਪ ਮਲ ਆਨ ਲੋ, ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਪੜ੍ਹ ਰਹੇ ਹਾਂ ਪਰ ਪਤਾ ਨਹੀਂ ਵੀ ਉਹਦੇ ਅਰਥ ਕੀ ਨੇ। ਜਿਵੇਂ ਹੁਣ ਦੀਵਾਲੀ ਦਾ ਇੱਕ ਨਾਮ ਦਿਨ ਨੂੰ ਦਿੱਤਾ ਗਿਆ ਜਦੋਂ ਦੀਪਾਵਲੀ, ਦੀਵੇ ਜਗਦੇ ਆ, ਤੇ ਬੜੀ ਥਾਵਾਂ ਤੇ ਪੜ੍ਹਿਆ ਜਾਣਾ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਪਰ ਸਾਨੂੰ ਪਤਾ ਹੀ ਨਹੀਂ ਭਾਈ ਗੁਰਦਾਸ ਜੀ ਨੇ ਉਹਦੇ ਵਿੱਚ ਸਮਝਾਇਆ ਕੀ ਹੈ। ਕਿਤੇ ਨਾ ਕਿਤੇ ਅਸੀਂ ਵੀ ਅਗਿਆਨਤਾ ਵਸ ਹੋ ਕੇ ਉਹੀ ਕਰਮ ਕਰ ਰਹੇ ਹਾਂ। ਉੱਥੇ ਆਖਿਆ ਵੀ ਦੀਵਾਲੀ ਦੀ ਰਾਤ ਨੂੰ ਜਿੰਨੇ ਮਰਜ਼ੀ ਦੀਵੇ ਬਾਲੋ, ਸਵੇਰ ਤੱਕ ਹੁੰਦਿਆਂ ਇਹ ਦੀਵੇ ਬੁੱਝ ਜਾਣੇ ਨੇ। ਜਿਹੜੇ ਅੰਬਰ ਵਿੱਚ ਤਾਰੇ ਦਿਸਦੇ ਨੇ ਇਹ ਦਿਨ ਚੜ੍ਹਦਿਆਂ ਅਲੋਪ ਹੋ ਜਾਣੇ, ਇਹ ਸਦਾ ਰਹਿਣ ਵਾਸਤੇ ਨਹੀਂ। ਪਰ ਅਸੀਂ ਉਹਦੇ ਨਾਲ ਫਿਰ ਜੁੜੇ ਹੋਏ ਹਾਂ। ਖੈਰ, ਆਰਤੀ ਦੀ ਗੱਲ ਕਰ ਰਿਹਾ ਸੀ। ਜਗਨਨਾਥਪੁਰੀ ਵਿੱਚ ਗੁਰੂ ਸਾਹਿਬ ਜਦੋਂ ਪਹੁੰਚੇ ਨੇ ਤਾਂ ਇੱਥੋਂ ਦੇ ਵੀ ਲੋਕ ਜਿਹੜੇ ਆ ਉਹ ਆਰਤੀ ਕਰ ਰਹੇ ਨੇ। ਕਿਸ ਤਰ੍ਹਾਂ ਕਰ ਰਹੇ ਨੇ? ਇੱਕ ਆਰਤੀ ਦੀ ਥਾਲ ਬਣਾਉਣੀ, ਉਹਦੇ ਵਿੱਚ ਮੋਤੀ ਰੱਖਣੇ, ਫੁੱਲ ਰੱਖਣੇ, ਧੂਫ ਜਗਾ ਲੈਣੀ, ਦੀਵੇ ਸਜਾ ਲੈਣੇ, ਔਰ ਉਹਦੇ ਵਿੱਚ ਦੀਵੇ ਜਿਹੜੇ ਆ ਉਹ ਲਾ ਕੇ ਫੁੱਲ ਰੱਖ ਕੇ ਉਹ ਆਰਤੀ ਜਿਹੜੀ ਆ ਉਹ ਬਣਾ ਕੇ ਕਰਦੇ ਨੇ। ਪਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਜਿਹੜੀ ਆਰਤੀ ਕੁਦਰਤ ਤੌਰ ਤੇ ਹੋ ਰਹੀ ਹੈ, ਸਾਨੂੰ ਕਰਨ ਦੀ ਲੋੜ ਨਹੀਂ, ਕੁਦਰਤੀ ਤੌਰ ਤੇ ਹੀ ਕਰਤੇ ਦੀ ਆਰਤੀ ਹੋ ਰਹੀ ਹੈ, ਔਰ ਉਹ ਦਿਨ ਰਾਤ ਹੋ ਰਹੀ ਹੈ। ਕਿਸ ਤਰ੍ਹਾਂ ਹੋ ਰਹੀ ਹੈ? ਕਹਿੰਦੇ ਆਕਾਸ਼ ਵਿੱਚ ਜਿਹੜਾ ਉਹ ਥਾਲ ਹੈ, ਸੂਰਜ ਚੰਦਰਮਾ ਜਿਹੜੇ ਨੇ ਉਹ ਦੀਵੇ ਨੇ, ਤਾਰੇ ਔਰ ਮੋਤੀ ਜਿਹੜੇ ਨੇ ਉਹ ਆਪਣਾ ਇਹ ਕੰਮ ਜਿਹੜਾ ਨਿਭਾ ਰਹੇ ਨੇ। ਇਹ ਤਾਰੇ ਜਿਹੜੇ ਨੇ ਮੋਤੀਆਂ ਦਾ ਰੋਲ ਅਦਾ ਕਰ ਰਹੇ ਨੇ। ਸਾਹਿਬ ਕਹਿੰਦੇ ਜਿਹੜੇ ਧੂਫ ਹੈ, ਧੂਫ ਕਾਹਦੇ ਲਈ ਹੁੰਦੀ ਹੈ? ਖੁਸ਼ਬੂ ਵਾਸਤੇ। ਇੱਥੇ ਇੱਕ ਹੋਰ ਬੇਨਤੀ ਕਰਕੇ ਚੱਲਾਂ। ਅੱਜ ਨਾ ਕਾਫੀ ਪਿੰਡਾਂ ਦੇ ਵਿੱਚ ਵੇਖਣ ਨੂੰ ਮਿਲਦਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਨੂੰ ਘਰ ਲੈ ਕੇ ਆਉਂਦੇ ਹਾਂ,
ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਘਰ ਦੇ ਵਿੱਚ ਕਰਵਾਇਆ ਜਾਂਦਾ ਹੈ, ਉਹਦੇ ਨਾਲ ਨਾ ਧੂਫ ਅਗਰਬੱਤੀ ਜਿਹੜੀ ਹੈ ਉਹ ਨਾਲ ਲਗਾਈ ਜਾਂਦੀ ਹੈ। ਪਰ ਇੱਕ ਪੁਰਾਤਨ ਸਮੇਂ ਦੀ ਲੋੜ ਸੀ, ਪੁਰਾਤਨ ਸਮੇਂ ਵਿੱਚ ਇੱਕ ਜ਼ਰੂਰਤ ਸੀ, ਕਿਉਂਕਿ ਕੱਚੇ ਘਰ ਹੁੰਦੇ ਸੀ, ਕੱਚੇ ਥਾਵਾਂ, ਵਿਹੜੇ ਵੀ ਕੱਚੇ, ਘਰ ਵੀ, ਕੰਧਾਂ ਵੀ ਕੱਚੀਆਂ, ਤੇ ਗੋਬਰ ਦਾ ਲੇਪ ਕੀਤਾ ਜਾਂਦਾ ਸੀ। ਉਹਨੂੰ ਸੁਗੰਧੀ ਨਾਲ ਭਰਨ ਵਾਸਤੇ ਇਹ ਧੂਫ ਅਗਰਬੱਤੀ ਦੀ ਜ਼ਰੂਰਤ ਪਈ, ਜਿਹੜੀ ਅਸੀਂ ਅੱਜ ਧਰਮ ਦੀ ਰਸਮ ਬਣਾ ਲਈ ਕਿ ਜੇ ਧੂਫ ਅਗਰਬੱਤੀ ਅਸੀਂ ਨਹੀਂ ਜਲਾਵਾਂਗੇ ਤੇ ਸਾਡਾ ਅਖੰਡ ਪਾਠ ਸਫਲ ਨਹੀਂ ਹੋਣਾ, ਸਾਡਾ ਸਹਿਜ ਪਾਠ ਕੀਤਾ ਇਹ ਸਫਲ ਨਹੀਂ ਹੋਣਾ ਜੇ ਅਗਰਬੱਤੀ ਨਾ ਬਾਲੀ ਤਾਂ। ਉਹ ਅਸੀਂ ਧਰਮ ਦੀ ਇੱਕ ਰਸਮ ਬਣਾ ਕੇ ਬੈਠ ਗਏ। ਕਈ ਥਾਵਾਂ ਤੇ ਇਹ ਵੀ ਦੇਖਣ ਨੂੰ ਮਿਲਦਾ ਹੈ ਵੀ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਨੇ, ਪਾਠੀ ਸਿੰਘ ਪਾਠ ਕਰ ਰਿਹਾ ਤੇ ਪਰਿਵਾਰ ਵਾਲੇ ਇੱਕ ਬਜ਼ੁਰਗ ਨੂੰ ਲੱਭਦੇ ਨੇ ਵੀ ਘਰ ਵਿੱਚ ਬਜ਼ੁਰਗ ਕਿਹੜਾ ਜਿਹੜਾ ਅੰਦਰ ਬੈਠਾ ਰਵੇ, ਜਾਂ ਬੱਚੇ ਨੂੰ ਲੱਭਦੇ ਨੇ ਵੀ ਬੱਚਾ ਕਿਹੜਾ ਜਿਹੜਾ ਅੰਦਰ ਬੈਠਾ ਰਹੇ। ਉਹਨੂੰ ਕੀ ਕਹਿੰਦੇ ਨੇ ਵੀ ਤੁਸੀਂ ਅੰਦਰ ਬੈਠ ਜਾਓ, ਤੁਸੀਂ ਬਸ ਸਿਰਫ ਧੂਫ ਅਗਰਬੱਤੀ ਵੱਲ ਧਿਆਨ ਦੇਣਾ, ਵੀ ਇਹ ਮੁੱਕਣੀ ਨਹੀਂ ਚਾਹੀਦੀ। ਹੱਦ ਹੋ ਗਈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਹੋ ਰਿਹਾ, ਉਧਰ ਧਿਆਨ ਨਹੀਂ ਦੇਣਾ, ਧਿਆਨ ਨਹੀਂ ਦੇਣਾ ਵੀ ਅਗਰਬੱਤੀ ਬੁਝਣੀ ਨਹੀਂ ਚਾਹੀਦੀ, ਖਤਮ ਨਹੀਂ ਹੋਣੀ ਚਾਹੀਦੀ, ਧੂਫ ਅਗਰਬੱਤੀ ਹਰ ਵੇਲੇ ਚੱਲਦੀ ਰਹਿਣੀ। ਅਸੀਂ ਉਹੀ ਧਰਮ ਦੇ ਨਾਮ ਉੱਤੇ ਜਿਹੜੇ ਕਰਮ ਕਰ ਰਹੇ ਹਾਂ ਉਹਨੂੰ ਰਸਮ ਬਣਾ ਕੇ ਬਹਿ ਗਏ, ਇਹ ਫੋਕਟ ਹੈ। ਧਿਆਨ ਤੇ ਅਸੀਂ ਗੁਰਬਾਣੀ ਨੂੰ ਵੱਲ ਦੇਣਾ, ਸੁਗੰਧੀ ਤੇ ਗੁਰਬਾਣੀ ਵਿੱਚੋਂ ਲੈਣੀ ਸੀ। ਪਰ ਅਸੀਂ ਕੀ ਕੀਤਾ, ਉਹ ਸਮੇਂ ਦੀ ਲੋੜ ਸੀ, ਪਰ ਅੱਜ ਸਾਨੂੰ ਉਹਦੀ ਲੋੜ ਨਹੀਂ, ਕਿਉਂਕਿ ਅੱਜ ਸਾਡੇ ਘਰ ਪੱਕੇ ਨੇ। ਅੱਜ ਗੋਬਰ ਦਾ ਲੇਪ ਨਹੀਂ ਹੁੰਦਾ ਕੰਧਾਂ ਦੇ ਜਾਂ ਵਿਹੜਿਆਂ ਤੇ, ਅੱਜ ਤਾਂ ਸੰਗਮਰਮਰ ਦੇ ਪੱਥਰ, ਟਾਈਲਾਂ ਆਦਿਕ ਲੱਗੇ ਹੋਏ ਨੇ, ਪਰ ਅਸੀਂ ਉਹ ਧਰਮ ਦੀ ਰਸਮ ਨਿਭਾ ਰਹੇ ਹਾਂ। ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਨੇ, ਕਹਿਣ ਲੱਗੇ ਜਿਹੜੀ ਆਰਤੀ ਤੁਸੀਂ ਇੱਥੇ ਕਰ ਰਹੇ ਹੋ ਨਾ, ਇਹ ਆਰਤੀ ਜਿਹੜੀ ਹੈ ਤੁਹਾਡੀ, ਉਹ ਨਿਰੰਕਾਰ ਇੰਨਾ ਛੋਟਾ ਨਹੀਂ ਹੈ। ਭਗਤ ਜਨਾਂ ਨੇ ਤਾਂ ਕਹਿਤਾ ਉਹ ਵੀ ਆਰਤਾ ਹੋਣਾ ਚਾਹੀਦਾ ਹੈ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਜੋ ਜਨ ਤੁਮਰੀ ਭਗਤ, ਭਗਤ ਉਹਦੀ ਭਗਤੀ ਜਿਹੜੇ ਕਰਦੇ ਨੇ ਉਹ ਹੈ ਅਸਲ ਵਿੱਚ ਉਹਦੀ ਆਰਤੀ। ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ ਉਹਨਾਂ ਲੋਕਾਂ ਨੂੰ, ਕਹਿਣ ਲੱਗੇ ਵੀ ਇਹ ਜਿਹੜਾ ਆਸਮਾਨ ਦੇਖ ਰਹੇ ਹੋ ਇਹ ਉਹ ਥਾਲ ਹੈ, ਔਰ ਸੂਰਜ ਚੰਦਰਮਾ ਜਿਹੜੇ ਨੇ ਉਹ ਥਾਲ ਵਿੱਚ ਦੀਵੇ ਦਾ ਰੋਲ ਅਦਾ ਕਰ ਰਹੇ ਨੇ, ਔਰ ਜਿਹੜੇ ਤਾਰੇ ਨੇ ਇਹ ਥਾਲ ਵਿੱਚ ਪਏ ਹੋਏ ਮੋਤੀਆਂ ਦਾ ਰੋਲ ਅਦਾ ਕਰ ਰਹੇ ਨੇ। ਧੂਫ ਜਿਹੜੇ ਹੈ, ਫੁੱਲਾਂ ਦੀ ਜਿਹੜੀ ਸੁਗੰਧੀ ਹੈ, ਬਨਸਪਤੀ ਜਿਹੜੀ ਹੈ, ਉਸ ਬਨਸਪਤੀ ਵਿੱਚੋਂ ਫੁੱਲਾਂ ਦੀ ਸੁਗੰਧੀ ਜਿਹੜੀ ਹੈ, ਇਹੀ ਉਸ ਕਰਤੇ ਦੀ ਆਰਤੀ ਹੋ ਰਹੀ ਹੈ। ਪਰ ਵਿਖਾਵੇ ਦੀ ਆਰਤੀ ਨਾਲ ਉਹ ਪ੍ਰਭੂ ਨੇ ਪ੍ਰਸੰਨ ਨਹੀਂ ਹੋਣਾ, ਵਿਖਾਵੇ ਦੀ ਆਰਤੀ ਨਾਲ ਪਰਮੇਸ਼ਵਰ ਨੇ ਪ੍ਰਸੰਨ ਨਹੀਂ ਹੋਣਾ। ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਕਹਿੰਦੇ ਉੱਥੇ ਜਾ ਕੇ ਵੀ ਲੋਕਾਂ ਨੂੰ ਸਮਝਾ ਕੇ ਉਸ ਆਰਤੀ ਦਾ ਖੰਡਨ ਜਿਹੜਾ ਉਹ ਗੁਰੂ ਸਾਹਿਬ ਨੇ ਕੀਤਾ। ਗੁਰੂ ਨਾਨਕ ਸਾਹਿਬ ਜੀ ਨੇ ਰਾਜਤਕ ਤਲ ਉੱਤੇ ਵੀ ਸਮਝਾਇਆ, ਧਾਰਮਿਕ ਤਲ ਤੇ ਵੀ ਸਮਝਾਇਆ, ਔਰ ਸਮਾਜਿਕ ਤਲ ਦੇ ਲੋਕਾਂ ਦੇ ਵਿੱਚ ਜਾ ਕੇ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਮਝਾ ਕੇ ਹਰ ਪ੍ਰਕਾਰ ਤੋਂ ਲੋਕਾਂ ਨੂੰ ਵਹਿਮ ਭਰਮ ਕਰਮ ਕਾਂਡ ਦੇ ਵਿੱਚੋਂ ਦੀ ਕੱਢਣ ਦਾ ਯਤਨ ਕੀਤਾ। ਸਤਿਗੁਰੂ ਜੀ ਮੱਕੇ ਮਦੀਨੇ ਤੱਕ ਜਾਂਦੇ ਆ, ਕਾਂਸ਼ੀ ਹਰਿਦੁਆਰ ਤੱਕ ਜਾਂਦੇ ਨੇ, ਔਰ ਵੱਖ-ਵੱਖ ਰੂਪ ਦੇ ਵਿੱਚ ਸਤਿਗੁਰੂ ਜੀ ਉਹਨਾਂ ਨੂੰ ਸਮਝਾ ਕੇ, ਇੱਕ ਮਕਸਦ ਕੀ ਸੀ ਗੁਰੂ ਨਾਨਕ ਸਾਹਿਬ ਦਾ, ਮੇਨ ਮਕਸਦ ਇਹ ਸੀ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਬਸ ਇਹ ਮਕਸਦ ਸੀ ਗੁਰੂ ਨਾਨਕ ਸਾਹਿਬ ਦਾ, ਵੀ ਇੱਕ ਨੂੰ ਜਪੋ। ਇੱਕ ਓੰਕਾਰ ਤੋਂ ਸ਼ੁਰੂਆਤ ਹੁੰਦੀ ਹੈ ਸਾਡੀ, ਔਰ ਪੂਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਓੰਕਾਰ ਨੂੰ ਸਮਝਾਉਣ ਵਾਸਤੇ ਹੈ ਕਿ ਸਾਨੂੰ ਇੱਕ ਅਕਾਲ ਪੁਰਖ ਕਰਤੇ ਦੀ ਸਮਝ ਆ ਜਾਏ, ਕਿਉਂਕਿ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਈ, ਦੂਜਾ ਨਹੀਂ, ਇੱਕੋ ਹੀ ਹੈ ਉਹ ਕਰਮ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਸਾਰੇ ਸੰਸਾਰ ਦੀ ਰਚਨਾ ਕਰਨ ਵਾਲਾ ਹੈ। ਵਾਹਿਗੁਰੂ ਜੀ। ਗੁਰੂ ਨਾਨਕ ਸਾਹਿਬ ਜੀ ਨੇ ਇਹ ਰਹਿਮਤ ਜਿਹੜੀ ਹੈ ਉਹ ਵਰਤਾਉਂਦਿਆਂ ਹੋਇਆਂ ਸਤਿਗੁਰੂ ਨੇ ਵੱਖ-ਵੱਖ ਥਾਵਾਂ ਤੇ ਬਾਣੀ ਦਾ ਉਚਾਰਨ ਕਰਕੇ ਸਾਨੂੰ ਸਮਝਾਉਣ ਦਾ ਯਤਨ ਜਿਹੜਾ ਉਹ ਕੀਤਾ ਹੈ। ਜੋ ਅਸੀਂ ਜਪ ਦੀ ਬਾਣੀ ਪੜ੍ਹੀਏ ਨਾ, ਤੇ ਜਪ ਜੀ ਸਾਹਿਬ ਜਿਹਨੂੰ ਆਪਾਂ ਕਹਿੰਦੇ ਆ, ਜੀ ਸਤਿਕਾਰ ਦੇ ਵਿੱਚ ਵਰਤਦੇ ਆ, ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਪਹਿਲੀ ਪੌੜੀ ਦਾ ਹੀ ਜਾਪ ਕਰੀਏ ਨਾ, ਉਹਦੇ ਵਿੱਚ ਹੀ ਗੁਰੂ ਸਾਹਿਬ ਨੇ ਸਾਰੀਆਂ ਗੱਲਾਂ ਉਹਦੇ ਵਿੱਚ ਹੀ ਸਮੇਟ ਦਿੱਤੀਆਂ। ਮਹਾਰਾਜ ਕਹਿੰਦੇ ਸੋਚੈ ਸੋਚ ਨਾ ਹੋਵਈ, ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ
ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਸਾਹਿਬ ਜੀ ਕਹਿੰਦੇ ਧਿਆਨ ਰੱਖਿਓ, ਕੋਈ ਕਹਿੰਦਾ ਚੁੱਪ ਰਹਿ ਕੇ ਪ੍ਰਭੂ ਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ, ਕੋਈ ਕਹਿੰਦਾ ਭੁੱਖਿਆਂ ਰਹਿ ਕੇ ਕੀਤਾ ਜਾ ਸਕਦਾ ਹੈ, ਕੋਈ ਕਹਿੰਦਾ ਤਨ ਦੀ ਸੁਚਮਤਾ ਬਣਾ ਕੇ ਬਾਹਰ ਦੀਆਂ ਜਿਹੜੀਆਂ ਚੁੱਭੀਆਂ ਨੇ ਉਹ ਲਾ ਕੇ ਬਾਹਰ ਦਾ ਇਸ਼ਨਾਨ ਕਰਕੇ ਜਿਹੜੇ ਪ੍ਰਭੂ ਨੂੰ ਪ੍ਰਸੰਨ ਕੀਤਾ ਜਾ ਸਕਦਾ ਹੈ। ਮਹਾਰਾਜ ਕਹਿੰਦੇ ਨਹੀਂ, ਜੋ ਮਰਜ਼ੀ ਤੁਸੀਂ ਫੋਕਟ ਕਰਮ ਕਰ ਲਓ, ਇਹ ਤੁਹਾਡੀਆਂ ਸਿਆਣਪਾਂ, ਤੁਹਾਡੀਆਂ ਚਤੁਰਾਈਆਂ, ਤੁਹਾਡੀਆਂ ਚਲਾਕੀਆਂ ਇਹ ਕਿਸੇ ਕੰਮ ਨਹੀਂ ਆਉਣੀਆਂ। ਬਸ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਸਾਹਿਬ ਕਹਿੰਦੇ ਬਾਕੀ ਸਾਰੇ ਹੀ ਕੰਮ ਨਿਰਾਫਲ ਨੇ। ਅੱਜ ਵੀ ਅਸੀਂ ਵੇਖਾਂਗੇ ਲੋਕ ਧਾਗੇ ਤਵੀਤਾਂ ਵਿੱਚ ਫਸੇ ਨੇ, ਲੋਕ ਜਿਹੜੇ ਨੇ ਕਰਮ ਕਾਂਡ ਕਰ ਰਹੇ ਨੇ, ਜੰਤਰਾਂ ਮੰਤਰਾਂ ਦੇ ਵਿੱਚ ਫਸੇ ਹੋਏ ਨੇ, ਵਾਹਿਗੁਰੂ ਆਪਣਾ ਜੀ ਕਢਾਉਣ ਵਾਸਤੇ ਵਹਿਮਾਂ ਭਰਮਾਂ ਦਾ ਸ਼ਿਕਾਰ ਹੋਏ ਨੇ। ਤਾਂ ਖੈਰ ਸਤਿਗੁਰੂ ਜੀ ਕਿਰਪਾ ਕਰਨ, ਜੋ ਅੱਜ ਦਾਸ ਨੂੰ ਇਹ ਵਿਸ਼ਾ ਦਿੱਤਾ ਗਿਆ ਸੀ ਉਸ ਮੁਤਾਬਕ ਨਿਮਾਣਾ ਜਾਂ ਯਤਨ ਕੀਤਾ ਹੈ ਕਿ ਕਿਵੇਂ ਆਪਾਂ ਗੁਰਬਾਣੀ ਵਿੱਚੋਂ ਦੀ ਗਿਆਨ ਲੈ ਕੇ ਇਹ ਕਰਮ ਕਾਂਡਾਂ ਤੋਂ ਆਪਣੇ ਆਪ ਨੂੰ ਵੀ ਵਰਜਣਾ, ਔਰ ਜਿਹੜੇ ਵਹਿਮਾਂ ਭਰਮਾਂ ਚ ਪਏ ਨੇ ਉਹਨਾਂ ਨੂੰ ਕਿਵੇਂ ਅਸੀਂ ਕਰਮ ਕਾਂਡਾਂ ਵਿੱਚੋਂ ਕੱਢ ਸਕਦੇ ਹਾਂ ਗੁਰਬਾਣੀ ਦਾ ਆਸਰਾ ਲੈ ਕੇ, ਜਿਹਦੇ ਨਾਲ ਆਪ ਵੀ ਮੁਕਤ ਤੇ ਅਸੀਂ ਹੋਰਾਂ ਨੂੰ ਵੀ ਵਿਕਾਰਾਂ ਤੋਂ ਮੁਕਤ ਕਰ ਸਕਦੇ ਹਾਂ। ਭੁੱਲ ਚੁੱਕ ਦੀ ਖਿਮਾ। ਸਮੁੱਚੇ ਪਿਆਰ ਵਾਲੇ ਜਿੰਨੇ ਵੀ ਆਪ ਜੀ ਜੁੜੇ ਹੋ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ, ਜੋ ਇਸ ਯੋਗ ਸਮਝ ਕੇ ਆਪ ਜੀ ਨੇ ਅੱਜ ਇਸ ਕਲਾਸ ਦੇ ਵਿੱਚ ਹਾਜ਼ਰੀ ਭਰਨ ਦਾ ਸਮਾਂ ਬਖਸ਼ਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਧੰਨਵਾਦ ਹੈ ਬਹੁਤ ਬਹੁਤ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਬਹੁਤ ਹੀ ਵਿਸਥਾਰ ਪੂਰਵਕ ਸਾਨੂੰ ਕਰਮ ਕਾਂਡਾਂ ਬਾਰੇ ਜਾਗਰੂਕ ਕੀਤਾ। ਵਿਦਿਆਰਥੀਆਂ ਨੂੰ ਇੱਕ ਬੇਨਤੀ ਹੈ ਕਿ ਇਹ ਜੋ ਕਰਮ ਕਾਂਡ ਹਨ ਬੇਟਾ ਜੀ, ਇਹ ਸਭ ਤੋਂ ਪਹਿਲਾਂ ਸ਼ੁਰੂਆਤ ਜੋ ਹੈ ਇਹਨਾਂ ਦੀ ਉਹ ਵਹਿਮਾਂ ਤੋਂ ਆਰੰਭ ਹੁੰਦੀ ਹੈ। ਜਿਸਨੇ ਵਹਿਮ ਕਰਨੇ ਆਰੰਭ ਕਰ ਦਿੱਤੇ, ਭਰਮ ਕਰਨੇ ਆਰੰਭ ਕਰ ਦਿੱਤੇ, ਉਹ ਫਿਰ ਕਰਮ ਕਾਂਡਾਂ ਵਾਲੀ ਸਟੇਜ ਵਿੱਚ ਪਹੁੰਚ ਜਾਂਦਾ। ਭਾਵ ਕਿ ਜੋ ਵਹਿਮ ਹਨ ਉਹ ਪਹਿਲੀ ਕਲਾਸ ਹੈ, ਇਹ ਜੋ ਕਰਮ ਕਾਂਡ ਹਨ ਇਹ PhD ਹੈ। ਜਿਹੜਾ ਫਿਰ ਵਹਿਮਾਂ ਤੋਂ ਕਰਮ ਕਾਂਡਾਂ ਤੱਕ ਪਹੁੰਚ ਜਾਂਦਾ ਹੈ, ਉਸ ਨੂੰ ਮਗਰ ਮੋੜਨਾ ਬਹੁਤ ਔਖਾ ਹੈ। ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਹੈ ਕਿ ਜੇ ਕਿਸੇ ਨੂੰ ਸਮਝਾਓਗੇ ਉਹ ਗਲ ਪੈ ਜਾਏਗਾ, ਉਹ PhD ਕਲਾਸ ਵਿੱਚ ਹੋ ਗਿਆ ਹੈ, ਉਹ ਤੁਹਾਨੂੰ ਮੈਨੂੰ ਕੁਝ ਨਹੀਂ ਸਮਝਦਾ। ਸੋ ਇਸ ਵਾਸਤੇ ਅਸੀਂ ਵਹਿਮਾਂ ਭਰਮਾਂ ਤੋਂ ਹੀ ਸੰਕੋਚ ਕਰਨਾ ਹੈ, ਤਾਂ ਕਿ ਅਸੀਂ ਕਰਮ ਕਾਂਡਾਂ ਵਾਲੀ ਕਲਾਸ ਵਿੱਚ ਨਾ ਪਹੁੰਚ ਜਾਈਏ। ਸੋ ਧੰਨਵਾਦ ਬਹੁਤ ਬਹੁਤ ਭਾਈ ਸਾਹਿਬ ਜੀ ਦਾ। ਅਸੀਂ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਆਪ ਜੀ ਦਾ ਧੰਨਵਾਦ ਕਰਦੇ ਹਾਂ। ਸਾਡੇ ਕੋਲੇ ਲਫ਼ਾਜ਼ ਨਹੀਂ ਜੋ ਅਸੀਂ ਆਪ ਜੀ ਦਾ ਧੰਨਵਾਦ ਕਰ ਸਕੀਏ। ਆਓ ਜਿਹੜੇ ਬੱਚਿਆਂ ਦੇ ਇਸ ਵਿਸ਼ੇ ਸੰਬੰਧੀ ਹੀ ਕੋਈ ਵੀ ਬੱਚਾ ਵਿਸ਼ੇ ਤੋਂ ਬਾਹਰ ਕੋਈ ਬਚਨ ਨਾ ਕਰੇ, ਇਹੋ ਜੀ ਗੱਲ ਪੁੱਛਣੀ ਆ ਜਿਹਦੇ ਤੋਂ ਤੁਸੀਂ ਡਾਊਟਫੁਲ ਹੋ। ਕੋਈ ਐਵੇਂ ਦੇ ਸਵਾਲ ਨਹੀਂ ਜਿਨ੍ਹਾਂ ਦੀ ਕੋਈ ਤੁਕ ਨਹੀਂ ਬਣਦੀ। ਸੋ ਇਸ ਕਰਮ ਕਾਂਡਾਂ ਨਾਲ ਸੰਬੰਧਿਤ ਜਿਹੜੇ ਬੱਚੇ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ, ਉਹਨਾਂ ਦੇ ਹੈਂਡ ਰੇਜ਼ ਨੇ। ਆਓ ਜੀ, ਸਭ ਤੋਂ ਪਹਿਲਾਂ ਅਸੀਂ ਵਿਦਿਆਰਥੀ ਲੈ ਲੈਂਦੇ ਆ 16018 ਮੋਗੇ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਮੇਰੀ ਆਵਾਜ਼ ਆ ਰਹੀ ਹੈ ਜੀ? ਬਹੁਤ ਵਧੀਆ ਆ ਰਹੀ ਹੈ ਜੀ, ਬਹੁਤ ਵਧੀਆ। ਸਰ ਮੇਰਾ ਕੁਐਸਚਨ ਹੈ ਵੀ ਜਿਹੜਾ ਵੀਰ ਜੀ ਨੇ ਦੱਸਿਆ ਵੀ ਗੁਰੂ ਜੀ ਨੇ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਸੀ, ਵੀ ਜਨੇਊ ਪਾਉਣਾ ਕਿਹਨੂੰ ਕਹਿੰਦੇ ਆ? ਜੀ ਭਾਈ ਸਾਹਿਬ ਜੀ, ਜਵਾਬ ਦੇਵੋ ਜੀ ਬੱਚੇ ਨੂੰ, ਜੇ ਆਪ ਜੀ ਲਾਈਨ ਤੇ ਹਾਜ਼ਰ ਹੋ। ਹਾਂਜੀ ਬੇਟਾ ਜੀ, ਜਨੇਊ ਜਿਹੜਾ ਇੱਕ ਸੂਤ ਦਾ ਵੱਟ ਕੇ ਧਾਗੇ ਦੀ ਤਰ੍ਹਾਂ ਹੁੰਦਾ ਹੈ, ਉਹ ਤੁਸੀਂ ਦੇਖਿਆ ਹੋਣਾ ਕਈਆਂ ਦੇ ਪਤਲਾ ਜਿਹਾ ਧਾਗੇ ਦੀ ਤਰ੍ਹਾਂ ਵੱਟ ਕੇ ਪਾਇਆ, ਉਹ ਗਲ ਵਿੱਚ ਪਾਇਆ ਜਾਂਦਾ ਹੈ। ਠੀਕ ਹੈ ਜੀ। ਕੋਈ ਇੱਕ ਰਸਮ ਇਹਨਾਂ ਨੇ ਧਾਰਮਿਕ ਰਸਮ ਬਣਾ ਦਿੱਤੀ ਵੀ ਉਹ ਗਲ ਵਿੱਚ ਪਾਉਣ ਨਾਲੇ ਧਰਮੀ ਹੋ ਜਾਂਦਾ ਹੈ। ਓਕੇ, ਥੈਂਕ ਯੂ ਸਰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ ਕਿ ਬੱਚੇ ਨੇ ਸਵਾਲ ਪੁੱਛਿਆ ਜਨੇਊ ਕੀ ਹੁੰਦਾ ਹੈ ਨਾ। ਜਨੇਊ ਭਾਈ ਸਾਹਿਬ ਜੀ ਨੇ ਬਹੁਤ ਵਧੀਆ ਆਨਸਰ ਦੇ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸੁਣਾਓ। ਸਰ ਮੇਰਾ ਇੱਕ ਕੁਐਸਚਨ ਹੈ ਕਿ ਕਰਮ ਕਾਂਡ ਤੋਂ ਅਰਥ ਕੀ ਆ? ਹਾਂਜੀ ਆਂਦੀ ਹੈ ਜੀ, ਬਹੁਤ ਵਧੀਆ। ਕਰਮਕਾਂਡ ਵੀਰ ਜੀ ਨੇ ਬਹੁਤ ਸੋਹਣਾ ਦੱਸਿਆ ਕਿ ਇਹ ਵਹਿਮ ਕੋਈ ਭਰਮ ਸਾਡੇ ਅੰਦਰ ਪੈਦਾ ਹੋ ਜਾਏ ਨਾ, ਉਹ ਵਹਿਮ ਭਰਮ ਹੀ ਸਾਡੇ ਕੋਲੋਂ ਕਰਮ ਕਾਂਡ ਜਿਹੜਾ ਉਹ ਕਰਵਾਉਂਦਾ ਹੈ। ਕੋਈ ਵਹਿਮ ਅਸੀਂ ਭਰਮ ਦੇ ਸ਼ਿਕਾਰ ਹੋ ਗਏ, ਉੱਥੇ ਫਿਰ ਕਰਮ ਕਾਂਡ ਉੱਥੋਂ ਫਿਰ ਸ਼ੁਰੂ ਹੁੰਦਾ ਹੈ। ਬਾਹਰ ਦੇ ਜਿਹੜੇ ਕਰਮ ਕਰਨੇ, ਜਿਵੇਂ ਮੜੀਆਂ ਨੂੰ ਪੂਜਣਾ, ਮਸਾਣਾ ਨੂੰ ਪੂਜਣਾ, ਕਿਸੇ ਨੇ ਕਹਿ ਦਿੱਤਾ ਕੋਈ ਧਾਗਾ ਪਾ ਲਓ, ਕਿਸੇ ਨੇ ਕਹਿ ਦਿੱਤਾ ਸੋਮਵਾਰ ਨੂੰ ਦੀ ਪੂਜਾ ਕਰ ਲਓ, ਕਿਸੇ ਨੇ ਆਖਿਆ ਵਰਤ ਰੱਖ। ਇਸ ਤਰ੍ਹਾਂ ਦੇ ਪਤਾ ਹੀ ਨਹੀਂ ਕਿੰਨੇ ਤਰ੍ਹਾਂ ਦੇ ਕਰਮ ਕਾਂਡ ਨੇ, ਪਰ ਇਹ ਕਦੋਂ ਹੁੰਦੇ ਨੇ? ਜਦੋਂ ਸਾਡੇ ਮਨ ਵਿੱਚ ਵਹਿਮ ਕੋਈ ਭਰਮ ਬੈਠ ਜਾਂਦਾ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਸੋ ਆਓ ਜੀ ਅਗਲਾ ਬੱਚਾ 13505। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਵਾਹਿਗੁਰੂ ਫਤਿਹ। ਹਾਂਜੀ ਬੇਟਾ ਬੋਲੋ। ਵਾਹਿਗੁਰੂ ਜੀ ਮੇਰਾ ਕੁਐਸਚਨ ਸੀ, ਜਦੋਂ ਗੁਰੂ ਨਾਨਕ ਦੇਵ ਜੀ ਧਰਤੀ ਤੇ ਆਏ ਸਨ ਉਦੋਂ ਅਕਾਲ ਪੁਰਖ ਇੱਕ ਨਹੀਂ ਸੀ? ਅਕਾਲ ਪੁਰਖ ਤਾਂ ਬੇਟਾ ਜੀ ਹਰ ਵੇਲੇ ਇੱਕ ਹੀ ਹੈ, ਉਹ ਤਾਂ ਕਦੀ ਦੋ ਹੋਇਆ ਹੀ ਨਹੀਂ, ਉਹ ਤਾਂ ਇੱਕ ਹੈ। ਸਾਨੂੰ ਜਿਹੜੇ ਧਰਮ ਦੇ ਆਗੂ ਨੇ ਉਹਨਾਂ ਨੇ ਵਹਿਮ ਪਾ ਦਿੱਤਾ, ਅਸੀਂ ਆਪਣਾ ਆਪਣਾ ਜਿਹੜਾ ਉਹ ਰੱਬ ਵੱਖਰਾ ਵੱਖਰਾ ਬਣਾ ਕੇ ਬੈਠ ਗਏ। ਇਹੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਸਮਝਾਇਆ ਕਿ ਉਹ ਇੱਕ ਹੈ। ਸੂਰਜ ਜਿਵੇਂ ਇੱਕ ਹੈ, ਸਾਰੇ ਜਿੰਨੇ ਵੀ ਮੁਲਕ ਨੇ, ਹੁਣ ਕਿਤੇ ਸੂਰਜ ਚੜ੍ਹ ਗਿਆ, ਕਿਤੇ ਹੁਣ ਦਿਨ ਹੈ, ਕਿਤੇ ਰਾਤ ਹੈ, ਪਰ ਸੂਰਜ ਇੱਕੋ ਹੀ ਹੈ ਜਿਹੜਾ ਹਰ ਮੁਲਕ ਵਿੱਚ ਰੋਸ਼ਨੀ ਕਰਦਾ। ਪਰਮੇਸ਼ਵਰ ਇੱਕੋ ਹੀ ਹੈ। ਇੱਕ ਓੰਕਾਰ ਦਾ ਮਤਲਬ ਹੀ ਇਹ ਸੀ, ਪਰ ਭਰਮ ਪਾ ਦਿੱਤਾ ਵੀ ਉਹ ਵੱਖਰਾ ਵੱਖਰਾ ਹੈ। ਬਹੁਤ ਬਹੁਤ ਧੰਨਵਾਦ ਜੀ। ਅਗਲਾ ਬੱਚਾ ਹੈ ਜੀ 15555। ਆਪਣਾ ਮਾਈਕ ਅਨਮਿਊਟ ਕਰੋ। ਹਾਂਜੀ ਬੋਲੋ। ਸਰ ਜਿਹੜੀ ਆਪਾਂ ਘਰਾਂ ਵਿੱਚ ਜੋਤ ਕਰਦੇ ਆ, ਸਹੀ ਉਹ ਕਰਨੀ ਸਹੀ ਹੈ ਕਿ ਜਾਂ ਗਲਤ ਆ? ਦੇਖੋ ਸਾਡੇ ਅੰਦਰ ਇੱਕ ਆ ਜਿਹੜਾ ਸਰੀਰ ਹੈ ਮਿੱਟੀ ਦਾ ਦੀਵਾ ਹੈ, ਇਹਦੇ ਵਿੱਚ ਰੱਬੀ ਜੋਤ ਜਗ ਰਹੀ ਹੈ। ਅਸੀਂ ਉਹਨੂੰ ਤਾਂ ਸਮਝ ਨਹੀਂ ਪਾਏ, ਪਰ ਅਸੀਂ ਬਾਹਰ ਦੀ ਜਿਹੜੀ ਜੋਤ ਸੀ ਉਹਦੇ ਨਾਲ ਹੀ ਜੁੜ ਕੇ ਰਹਿ ਗਏ। ਜਿਹੜੀ ਬਾਹਰ ਦੀ ਇਹ ਲੋੜ ਸੀ ਸਮੇਂ ਦੀ, ਜਦੋਂ ਲਾਈਟ ਨਹੀਂ ਸੀ ਹੁੰਦੀ, ਬਿਜਲੀ ਨਹੀਂ ਸੀ ਹੁੰਦੀ, ਉਦੋਂ ਇਹ ਲੋੜ ਹੁੰਦੀ ਸੀ। ਤੇ ਜਦੋਂ ਇਹ ਤੇਲ ਦਾ ਦੀਵਾ ਜਗਾਇਆ ਜਾਂਦਾ ਸੀ, ਉਹਦੇ ਵਿੱਚੋਂ ਧੂੰਆਂ ਨਿਕਲਣਾ ਜਾਂ ਸਮੈਲ ਬਹੁਤ ਆਉਣੀ। ਇਸ ਕਰਕੇ ਫਿਰ ਉਹ ਕਹਿੰਦੇ ਵੀ ਆ ਜਿਹੜਾ ਘਿਓ ਦਾ ਦੀਵਾ ਜਗਾਓ, ਇੱਕ ਇਹਦੇ ਨਾਲ ਹਵਾ ਸ਼ੁੱਧ ਹੁੰਦੀ ਹੈ, ਦੂਜਾ ਜਿਹੜਾ ਉਹ ਵਾਤਾਵਰਨ ਸਹੀ ਰਹਿੰਦਾ। ਉਹਨੂੰ ਅਸੀਂ ਆਉਣ ਵਾਲੇ ਸਮੇਂ 'ਚ ਜੋਤ ਬਣਾ ਦਿੱਤਾ, ਪਰ ਜਿਹੜੀ ਸਾਡੇ ਅੰਦਰ ਰੱਬੀ ਜੋਤ ਹੈ ਅਸੀਂ ਉਹਨੂੰ ਸਮਝਣਾ। ਸਰ ਇੱਕ ਤੁਸੀਂ ਬੋਲਿਆ ਸੀ ਐਸੇ ਗੁਰ ਪਰ ਬਲਬਲ ਜਾਈਏ, ਇਸ ਤੋਂ ਬਾਅਦ ਕੀ ਸੀਗਾ? ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਜਿਸ ਗੁਰੂ ਨਾਲ ਅਸੀਂ ਜੁੜਨਾ ਹੈ ਉਹ ਵਹਿਮਾਂ ਭਰਮਾਂ ਤੋਂ, ਕਰਮ ਕਾਂਡ ਤੋਂ ਮੁਕਤ ਹੈ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ। ਆਓ ਅਗਲਾ ਵਿਦਿਆਰਥੀ ਜੋ ਹੈ ਸਾਡੇ ਕੋਲੇ ਹੈਂਡ ਰੇਜ਼ ਵਾਲੇ। ਕਾਫੀ ਹੋ ਗਿਆ, ਆਪਾਂ ਅਖੀਰਲਾ ਵਿਦਿਆਰਥੀ ਲਈਏ ਜੀ। ਜੀ ਭੈਣ ਜੀ ਸਤਵਚਨ ਜੀ। ਜਿਹੜਾ ਵਿਦਿਆਰਥੀ ਇਸ ਵਿਸ਼ੇ ਦੇ ਨਾਲ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ, ਲਾਸਟ ਬੱਚਾ ਲਵਾਂਗੇ ਜੀ। ਉਹ ਬੱਚਾ ਜਲਦੀ ਜਲਦੀ ਆਪਣਾ ਸਵਾਲ। ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਆਵਾਜ਼ ਆ ਰਹੀ ਸਰ ਮੇਰੀ? ਬਹੁਤ ਵਧੀਆ ਜੀ, ਬਹੁਤ ਵਧੀਆ ਆ ਰਹੀ ਹੈ। ਸਰ ਮੇਰਾ ਕੁਐਸਚਨ ਇਹ ਸੀ ਕਿ ਜਿਹੜੀ ਆਪਾਂ ਗੁਰਦੁਆਰਿਆਂ ਦੇ ਵਿੱਚ ਜੋਤ ਜਗਾਈ ਦਾ, ਕਿ ਉਹ ਸਹੀ ਹੈ? ਉਹ ਅਸਲ ਵਿੱਚ ਮਨਮਤ ਹੈ, ਪਰ ਗੱਲ ਉਹੀ ਵੀਰ ਜੀ ਵਾਲੀ ਵੀ ਅਸੀਂ ਕਿਸੇ ਨੂੰ ਸਮਝਾਈਏ ਅਗਲੇ ਨੂੰ ਸਮਝ ਨਹੀਂ ਆਉਂਦੀ। ਜਦੋਂ ਅਸੀਂ ਰੋਜ਼ ਅਰਦਾਸ ਵਿੱਚ ਕਹਿ ਰਹੇ ਹਾਂ 10 ਪਾਤਸ਼ਾਹੀਆਂ ਦੀ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚੋਂ ਜਿਹੜੀ ਗਿਆਨ ਦੀ ਜੋਤ ਹੈ, ਰੱਬੀ ਜੋਤ ਹੈ, ਅਸੀਂ ਉਹਦੇ ਨਾਲ ਜੁੜਨਾ ਸੀ, ਪਰ ਅਸੀਂ ਬਾਹਰ ਦੀ ਜੋਤ ਜਿਹੜੀ ਸੀ ਉਹ ਜਗਾ ਕੇ ਉਹਦੇ ਨਾਲ ਜੋੜ ਦਿੱਤਾ। ਇੱਥੋਂ ਹੀ ਫਿਰ ਭਰਮ ਪੈਦਾ ਹੋ ਗਿਆ ਤੇ ਕਰਮਕਾਂਡ ਅੱਗੋਂ ਸ਼ੁਰੂ ਹੋ ਗਏ। ਜਾਂ ਇੱਥੇ ਇੱਕ ਹੋਰ ਜਿੰਨੇ ਵੀ ਬੱਚੇ ਸੁਣ ਰਹੇ ਹੋਣਗੇ, ਦੇਖੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤਸਵੀਰ ਵੀ ਜਿਹੜੀ ਆ ਉਹ ਕੋਈ ਨਹੀਂ ਹੋਣੀ ਚਾਹੀਦੀ। ਇਹਦੀ ਉਦਾਹਰਨ ਇੱਕ ਅਕਸਰ ਦਾਸ ਦਿੰਦਾ ਹੁੰਦਾ ਹੈ ਕਿ ਘਰ ਵਿੱਚ ਜਿਉਂਦੇ ਬਜ਼ੁਰਗ ਹੋਣ ਨਾ, ਤੇ ਉਹਨਾਂ ਦੀ ਤਸਵੀਰ ਕੰਧ ਤੇ ਲੱਗੀ ਹੋਵੇ, ਤੇ ਤੁਸੀਂ ਕਿਹਨੂੰ ਨਮਸਕਾਰ ਕਰੋਗੇ?
ਘਰ ਵਿੱਚ ਕੁਰਸੀ ਤੇ ਬੈਠੇ ਬਜ਼ੁਰਗ ਨੂੰ ਕਿ ਕੰਧ ਤੇ ਲੱਗੀ ਤਸਵੀਰ ਨੂੰ? ਜੇ ਕੰਧ ਦੀ ਤਸਵੀਰ ਤੇ ਤੁਸੀਂ ਨਮਸਕਾਰ ਕਰੋਗੇ ਤੇ ਜਿਹੜਾ ਬਜ਼ੁਰਗ ਬੈਠਾ ਉਹ ਕਹੇਗਾ ਵੀ ਮੈਂ ਮਰਿਆ ਨਹੀਂ, ਮੈਂ ਜਿਉਂਦਾ ਹਾਂ। ਜਦੋਂ ਅਸੀਂ ਗੁਰਦੁਆਰੇ ਤਸਵੀਰ ਜਾਂ ਇਸ ਤਰ੍ਹਾਂ ਦੀ ਜੋਤ ਲਾਉਂਦੇ ਹਾਂ, ਫਿਰ ਗੁਰੂ ਗ੍ਰੰਥ ਸਾਹਿਬ ਜੀ ਵੀ ਸਾਨੂੰ ਇਹੀ ਕਹਿ ਰਹੇ ਹੋਣਗੇ ਕਿ ਜੋ ਰੱਬੀ ਜੋਤ ਜਿਹੜੀ ਹੈ 10 ਪਾਤਸ਼ਾਹੀਆਂ ਦੀ ਜਿਹੜੀ ਜੋਤ ਦਾ ਗਿਆਨ ਅਸੀਂ ਲੈਣਾ ਉਹ ਗੁਰੂ ਗ੍ਰੰਥ ਸਾਹਿਬ ਵਿੱਚੋਂ ਹੈ। ਵਾਹਿਗੁਰੂ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਉਹਨਾਂ ਦਾ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਬੱਚਿਆਂ ਨੂੰ ਮੋਟੀਵੇਟ ਕੀਤਾ। ਅਸੀਂ ਅੰਤ ਵਿੱਚ ਫਿਰ ਇੱਕ ਵਾਰੀ ਵੀਰ ਜੀ ਦਾ ਧੰਨਵਾਦ ਕਰਦੇ ਹਾਂ, ਪੂਰੀ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਟੀਮ ਵੱਲੋਂ ਤੇ ਸਾਡੇ ਸਾਰੇ ਹੀ ਸਟਾਫ ਵੱਲੋਂ ਭਾਈ ਸਾਹਿਬ ਜੀ, ਔਰ ਵੀਰ ਜੀ ਜਸਵਿੰਦਰ ਸਿੰਘ ਜੀ ਯੂਕੇ ਤੋਂ, ਉਹ ਵੀ ਸਾਡਾ ਸਾਰਾ ਹਰ ਰੋਜ਼ ਸਾਡੇ ਨਾਲ ਐਡ ਹੁੰਦੇ ਨੇ ਜੀ, ਹਰ ਰੋਜ਼ ਦਾ ਕੈਂਪ ਅਟੈਂਡ ਕਰਦੇ ਨੇ। ਉਹਨਾਂ ਵੱਲੋਂ ਵੀ ਆਪ ਜੀ ਨੂੰ ਜਿਉ ਆਇਆਂ ਨੂੰ। ਸੋ ਸਾਡੇ ਕੋਲੋਂ ਕੋਈ ਆਪ ਜੀ ਲਈ ਕੋਈ ਮਾੜਾ ਮੋਟਾ ਬਾਅਦ ਘਾਟ ਕੁਝ ਕਿਹਾ ਗਿਆ ਹੋਵੇ ਤਾਂ ਨਿਮਰਤਾ ਸਹਿਤ ਮਾਫੀ ਵੀ ਮੰਗਦੇ ਹਾਂ। ਅਸੀਂ ਜੋ ਆਪ ਜੀ ਦਾ ਬਣਦਾ ਹੈ ਉਹ ਸਤਿਕਾਰ ਪੂਰਾ ਨਹੀਂ ਦੇ ਪਾਉਂਦੇ, ਚਲੋ ਤਾਂ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ। ਸੋ ਬਹੁਤ ਬਹੁਤ ਧੰਨਵਾਦ ਆਪ ਜੀ ਦਾ। ਸੋ ਸਾਰੇ ਬੱਚਿਆਂ ਨੂੰ ਸਮਾਪਤੀ ਵੇਲੇ ਬੇਨਤੀ ਹੈ ਕਿ ਅਸੀਂ ਅੱਜ ਦੇ ਕੈਂਪ ਤੋਂ ਇਹੀ ਸਿੱਖਿਆ ਲੈਣੀ ਹੈ ਕਿ ਅਸੀਂ ਕਰਮ ਕਾਂਡ ਤੇ ਵਹਿਮਾਂ ਭਰਮਾਂ 'ਚ ਨਹੀਂ ਪੈਣਾ। ਬਸ ਅੱਜ ਦਾ ਕੈਂਪ ਲਾਇਆ ਸਾਡਾ ਸਫਲਾ ਤਾਂ ਹੀ ਹੈ ਕਿ ਅਸੀਂ ਵਹਿਮਾਂ ਭਰਮਾਂ ਤੋਂ ਬਚ ਗਏ ਤੇ ਕਰਮ ਕਾਂਡਾਂ ਤੋਂ ਬਚ ਗਏ ਤੇ ਹੋਰਾਂ ਨੂੰ ਵੀ ਬਚਾਉਣਾ ਹੈ। ਆਪ ਬਚਣਾ, ਹੋਰਾਂ ਨੂੰ ਬਚਾਉਣਾ, ਇਹੀ ਗੁਰਸਿੱਖੀ ਹੈ। ਆਓ ਸਮਾਪਤੀ ਹੈ। ਜੇ ਕੋਈ ਖਾਸ ਭੈਣ ਜੀ ਅਨਾਉਂਸਮੈਂਟ ਹੈ ਤਾਂ ਆਪ ਜੀ ਆਖ ਸਕਦੇ ਹੋ, ਨਹੀਂ ਸਮਾਪਤੀ ਹੈ ਜੀ। ਸਾਰੇ ਬੱਚਿਆਂ ਦੀ ਹਾਜ਼ਰੀ ਤਕਰੀਬਨ ਹੋ ਗਈ ਹੈ। ਆਓ ਸਮਾਪਤੀ ਦਾ ਜਕਾਰਾ ਜੀ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।